ਹੈਲੋ ਫਰੈਂਡਸ, ਹਾਈ ਫਾਈ ਜੀ ਕੇ ਗੁਰੂ ਜੀ ਚੈਨਲ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ। ਅੱਜ ਦੀ ਇਸ ਵੀਡੀਓ ਰਾਹੀਂ ਮੈਂ ਤੁਹਾਨੂੰ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਸਮਾਜਿਕ ਸਿੱਖਿਆ ਦੀ ਬੁੱਕ ਆ ਜਿਹੜੀ 7th ਕਲਾਸ ਦੀ, ਉਹਦਾ ਜਿਹੜਾ ਹੈਗਾ ਵਾ ਅਗਲਾ ਟੌਪਿਕ ਕਵਰ ਕਰਵਾਉਣ ਜਾ ਰਹੀ ਹਾਂ, ਜਿਹਦਾ ਨਾਂ ਹੈ ਨਿਊ ਕਿੰਗਸ ਐਂਡ ਕਿੰਗਡਮਸ AD 700 to 1200 ਕਿ ਨਵੇਂ ਰਾਜ ਤੇ ਜਿਹੜੇ ਰਾਜੇ ਬਣੇ ਸੀਗੇ ਕਦੋਂ 700 ਤੋਂ ਲੈ ਕੇ 1200 ਈਸਵੀ ਦੇ ਸਮੇਂ ਦੌਰਾਨ, ਉਹਨਾਂ ਬਾਰੇ ਪੜ੍ਹਦੇ ਹਾਂ। ਤਾਂ ਆਓ ਅੱਜ ਦੀ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਮੈਨੀ ਕਿੰਗਡਮ ਲਾਈਕ ਦਾ ਗੁਰਜਰ ਪ੍ਰਤਿਹਾਰਾ ਦਾ ਪਾਲਾਸ ਦਾ ਰਾਜਪੂਤ ਕਿੰਗਡਮਸ ਐਂਡ ਗਜਨਵੀਸ ਐਂਡ ਗੌਰੀਜ਼ ਵਾਰ ਇਸਟੇਬਲਿਸ਼ਡ ਇਨ ਦਾ ਨੌਰਥ ਐਂਡ ਸਾਊਥ ਇੰਡੀਆ ਡਿਊਰਿੰਗ ਦਾ ਅਰਲੀ ਮੈਡੀਵਲ ਪੀਰੀਅਡ। ਇਹਦੇ ਵਿੱਚ ਕੀ ਦੱਸਿਆ ਉਹਨਾਂ ਨੇ ਕਿ ਮੁੱਢਲੇ ਮੱਧਕਾਲੀਨ ਯੁੱਗ ਦੇ ਦੌਰਾਨ ਜਿਹੜਾ ਕੀ ਸੀਗਾ ਭਾਰਤ ਦੇ ਉੱਤਰੀ ਨੌਰਥ ਐਂਡ ਜਿਹੜਾ ਸੀਗਾ ਸਾਊਥ ਵਾਲੀ ਸਾਈਡ ਆਪਾਂ ਕਹਿ ਦਈਏ ਉੱਥੇ ਨਵੇਂ ਰਾਜਾਂ ਦਾ ਉਥਾਨ ਹੋਇਆ ਸੀਗਾ। ਠੀਕ ਹੈ, ਉਸ ਸਮੇਂ ਜਿਹੜਾ ਉੱਤਰੀ ਭਾਰਤ ਸੀ, ਨਾਰਥ ਇੰਡੀਆ ਦੇ ਵਿੱਚ ਕਿਹੜੇ ਕਿਹੜੇ ਹੋਏ ਸੀਗੇ ਆ ਮੈਂ ਅੰਡਰਲਾਈਨ ਕਰੇ ਸੀ ਨਾ ਜਦੋਂ ਮੈਂ ਪੜ੍ਹਾਇਆ ਸੀਗਾ। ਗੁਰਜਰ ਪ੍ਰਤਿਹਾਰ, ਪਾਲ, ਰਾਜਪੂਤ, ਠੀਕ ਹੈ, ਇਹ ਤੋਂ ਬਿਨਾਂ ਗਜਨਵੀ ਤੇ ਗੌਰੀ ਜਿਹੜੇ ਸੀਗੇ ਇਹ ਵੀ ਹੋਏ ਸੀਗੇ। ਅੱਗੇ ਦੇਖਦੇ ਹਾਂ। ਦਾ ਰਾਸ਼ਟਰਕੂਟਾਸ ਰੂਲਡ ਇਨ ਦਾ ਦੱਖਣ। ਦੱਖਣ ਮਤਲਬ ਕਿ ਦੱਖਣ ਵਾਲਾ ਜਿਹੜਾ ਪਾਰਟ ਆ, ਠੀਕ ਆ, ਸਾਊਥ ਵਾਲਾ, ਉੱਥੇ ਕਿਹਨਾਂ ਦਾ ਰਾਜ ਸੀ? ਰਾਸ਼ਟਰਕੂਟ ਰਾਜੇ ਜਿਹੜੇ ਸੀਗੇ ਉਹ ਰਾਜ ਕਰਦੇ ਸੀ ਉਹਨਾਂ ਜਿਹੜੇ ਸੀ ਇਲਾਕਿਆਂ ਦੇ ਵਿੱਚ। ਇਨ ਦਾ ਸਾਊਥ ਵਰ ਦਾ ਪੱਲਵਾਸ ਦਾ ਪਾਂਡਿਆਸ ਐਂਡ ਚੌਲਾਸ। ਅਤੇ ਦੱਖਣ ਬਿਲਕੁਲ ਜਿਹੜਾ ਹੇਠਾਂ ਵਾਲੀ ਸਾਈਡ ਰਹਿ ਜਾਂਦੀ ਆ, ਉਹਦੇ ਵਿੱਚ ਪੱਲਵ, ਪਾਂਡਿਆ ਅਤੇ ਚੌਲ ਜਿਹੜੇ ਸੀਗੇ ਰਾਜੇ, ਉਹਨਾਂ ਦਾ ਰਾਜ ਸਥਾਪਿਤ ਸੀਗਾ। ਅੱਗੇ ਆਪਾਂ ਮੈਪ ਦੇਖਾਂਗੇ। ਹਾਂਜੀ, ਮੈਪ ਦੇ ਵਿੱਚ ਜਿਹੜੀ ਪਿੰਕ ਵਾਲੀ ਬਾਉਂਡਰੀ ਕੀਤੀ ਹੋਈ ਆ, ਇਹ ਹਰ ਇੱਕ ਜਿਹੜੇ ਇਹ ਰਾਜੇ ਨੇ ਇਹਨਾਂ ਦੇ ਰਾਜਾਂ ਦੀਆਂ ਸੀਮਾਂ ਨੇ ਜਿਹੜੀਆਂ ਬਦਲਦੀਆਂ ਰਹਿੰਦੀਆਂ ਸੀ ਜਦੋਂ ਇਹਨਾਂ ਵਿੱਚ ਆਪਸ ਵਿੱਚ ਲੜਾਈ ਹੁੰਦੀ ਸੀ। ਪਹਿਲਾਂ ਜਿਹੜਾ ਆਪਾਂ ਇਨ ਏਰੀਆ ਇਹ ਦੇਖਦੇ ਹਾਂ ਕਿ ਇਹਦੇ ਵਿੱਚ ਕੀ ਸੀ? ਚੰਦੇਲ ਸ਼ਾਸਕ ਸੀਗੇ, ਠੀਕ ਹੈ, ਫਿਰ ਪਰਮਾਰ ਸੀਗੇ, ਗੁਰਜਰ ਪ੍ਰਤਿਹਾਰ ਸੀਗੇ। ਇਹਨਾਂ ਦੇ ਏਰੀਏ ਕਿਹੜੇ ਕਿਹੜੇ ਇਹਨਾਂ ਦੇ ਅੰਡਰ ਆਉਂਦੇ ਸੀਗੇ? ਠੀਕ ਆ, ਇੰਦਰਪ੍ਰਸਥ ਆ ਗਿਆ, ਜਿਹੜਾ ਇੰਦਰਪ੍ਰਸਥ ਇਹ ਦਿੱਲੀ ਦਾ ਪੁਰਾਣਾ ਨਾਂ ਸੀਗਾ। ਇਹ ਤੋਂ ਬਿਨਾਂ ਚਾਹਮਾਨ ਆ ਗਿਆ, ਕਨੌਜ ਆ ਗਿਆ, ਪ੍ਰਯਾਗ ਆ ਗਿਆ, ਬਨਾਰਸ ਆ ਗਿਆ, ਠੀਕ ਹੈ। ਇਹ ਸਾਰੇ ਏਰੀਏ ਕਿਹਦੇ ਅੰਡਰ ਸੀ? ਗੁਰਜਰ ਪ੍ਰਤਿਹਾਰ, ਚੰਦੇਲ ਅਤੇ ਜਿਹੜੇ ਜਾਂ ਪਰਮਾਰ ਰਾਜੇ ਸੀ ਉਹਨਾਂ ਦੇ ਅੰਡਰ ਆਏ ਸੀਗੇ। ਅੱਗੇ ਆਪਾਂ ਦੇਖਦੇ ਹਾਂ ਕਿ ਜਿਹੜਾ ਇੱਧਰ ਰਾਈਟ ਸਾਈਡ ਆਪਣੇ ਇੱਧਰ ਦੇਖੋ ਇੰਨਾ ਏਰੀਆ ਜਿਹੜਾ ਇਹ ਕਿਹਦੇ ਅੰਡਰ ਸੀ? ਪਾਲ ਵੰਸ਼ ਦੇ ਜਿਹੜੇ ਰਾਜੇ ਸੀ ਉਹਨਾਂ ਦੇ ਅੰਡਰ ਸੀਗਾ। ਕਿਹੜੇ ਕਿਹੜੇ ਏਰੀਏ ਸੀ? ਪਹਾੜਪੁਰ ਹੋ ਗਿਆ ਅਤੇ ਕਾਮਰੂਪ ਹੋ ਗਿਆ। ਇਹ ਏਰੀਆ ਜਿਹੜਾ ਸੀ ਇਹਨਾਂ ਦੇ ਅੰਡਰ ਸੀ। ਅੱਗੇ ਕੰਟੀਨਿਊ ਕਰਦੇ ਹਾਂ ਆਪਾਂ। ਹਾਂਜੀ, ਅੱਗੇ ਹੈਗਾ ਆਹ ਵਾਲੀ ਸਾਈਡ ਵਾਲਾ ਇੰਨਾ ਏਰੀਆ। ਇੱਥੇ ਕਿਹਨਾਂ ਦਾ ਰਾਜ ਸੀ? ਆਹ ਦੇਖੋ ਦਿੱਤਾ ਹੋਇਆ ਨਾ, ਈਸਟਰਨ ਜਿਹੜੇ ਸੀਗੇ ਚਾਲਕੂਆ ਵੈਂਗੀ ਰਾਜੇ ਸੀ ਜਿਹੜੇ, ਉਹਨਾਂ ਦਾ ਰਾਜ ਸੀ ਇੱਥੇ। ਉਹਨਾਂ ਦੇ ਅੰਡਰ ਕਿਲੋਂਗ ਸੀਗਾ, ਉਤਕਲ ਸੀਗਾ। ਇਹ ਜਿਹੜੇ ਸੀਗੇ ਮਹਾਨਦੀ ਅਤੇ ਗੰਗਾ ਦੇ ਜਿਹੜੇ ਏਰੀਏ ਸੀਗੇ ਇਹ ਇਹਨਾਂ ਦੇ ਅੰਡਰ ਸੀਗੇ। ਅੱਗੇ ਆ ਗਿਆ ਜਿਹੜਾ ਇਹਦੇ ਇੱਧਰਲੀ ਸਾਈਡ ਵਾਲਾ ਏਰੀਆ, ਇਹ ਸੀਗਾ ਸਾਊਥ ਵਿੱਚ ਰਾਸ਼ਟਰਕੂਟਾਂ ਦੇ ਅੰਡਰ, ਠੀਕ ਹੈ। ਆ ਉਹਨਾਂ ਦੀ ਮਾਨਿਆ ਖੇਤ ਜਿਹੜੀ ਸੀਗੀ ਰਾਜਧਾਨੀ ਸੀਗੀ ਉਹਨਾਂ ਦੀ। ਕ੍ਰਿਸ਼ਨਾ ਨਦੀ ਜਿਹੜੀ ਸੀਗੀ ਅਤੇ ਜਿਹੜੀ ਤਾਪਤੀ ਨਦੀ ਸੀ ਉਹਦਾ ਜਿਹੜਾ ਵਿਚਕਾਰਲਾ ਏਰੀਆ ਵਾ ਉਹਨੂੰ ਦੱਖਣ ਦਾ ਏਰੀਆ ਕਹਿੰਦੇ ਆ, ਠੀਕ ਹੈ। ਤੁੰਗਭਦਰਾ ਅਤੇ ਕ੍ਰਿਸ਼ਨਾ ਹੜਾ। ਅੱਗੇ ਹੁਣ ਲਾਸਟ ਵਿੱਚ ਆ ਗਿਆ ਜਿਹੜਾ ਬਿਲਕੁਲ ਹੇਠਾਂ ਵਾਲਾ ਏਰੀਆ ਸੀ। ਉੱਥੇ 10 ਡਾਇਨੈਸਟੀਜ਼ ਜਿਹੜੀਆਂ ਸੀ ਰਾਜ ਕਰਦੀਆਂ ਸੀ। ਕਿਹੜੀਆਂ ਕਿਹੜੀਆਂ? ਚੌਲਾ, ਚੇਰਾ ਅਤੇ ਪਾਂਡਿਆ। ਇਹ ਤਾਂ ਸੀਗੇ ਇਹਨਾਂ ਦੇ ਇੰਪੋਰਟੈਂਟ ਜਿਹੜੇ ਏਰੀਏ ਸੀਗੇ ਇਹਨਾਂ ਰਾਜਿਆਂ ਦੇ ਅੰਡਰ। ਅੱਗੇ ਕੰਟੀਨਿਊ ਕਰਦੇ ਹਾਂ। ਨਾਰਥ ਇੰਡੀਆ ਦਾ ਗੁਰਜਰ ਪ੍ਰਤਿਹਾਰਾ। ਹੁਣ ਜਿਹੜਾ ਉੱਤਰੀ ਭਾਰਤ ਆ ਉਹਦੇ ਵਿੱਚ ਨਵੇਂ ਜਿਹੜੇ ਰਾਜਾਂ ਦੀ ਸਥਾਪਨਾ ਹੋਈ ਸੀ ਉਹਦੇ ਵਿੱਚ ਗੁਰਜਰ ਪ੍ਰਤਿਹਾਰ ਵੰਸ਼ ਬਾਰੇ ਆਪਾਂ ਸਭ ਤੋਂ ਪਹਿਲਾਂ ਪੜ੍ਹਾਂਗੇ। ਦਾ ਗੁਰਜਰ ਪ੍ਰਤਿਹਾਰਾ ਰੂਲਡ ਓਵਰ ਪਾਰਟਸ ਆਫ ਰਾਜਸਥਾਨ ਐਂਡ ਗੁਜਰਾਤ। ਦੇਖੋ ਗੁਰਜਰ ਪ੍ਰਤਿਹਾਰਾ ਰਾਜੇ ਸੀ ਜਿਹੜੇ, ਉਹਨਾਂ ਦਾ ਰਾਜ ਕਿੱਥੇ ਸੀਗਾ? ਰਾਜਸਥਾਨ ਅਤੇ ਗੁਜਰਾਤ ਦੇ ਕੁਝ ਹਿੱਸਿਆਂ ਦੇ ਵਿੱਚ ਸੀਗਾ। ਦਾ ਪ੍ਰਤਿਹਾਰਾ ਡਾਇਨੈਸਟੀ ਵਾਜ ਫਾਊਂਡਡ ਬਾਏ ਨਾਗਵਟ ਫਸਟ। ਦੇਖੋ ਜਿਹੜੀ ਪ੍ਰਤਿਹਾਰ ਡਾਇਨੈਸਟੀ ਆ ਉਹਦਾ ਜਿਹੜਾ ਫਾਊਂਡਡ ਆ, ਜਿਹੜਾ ਉਹਦਾ ਹੈ ਨਾ ਸਥਾਪਨਾ ਕਰਨ ਵਾਲਾ ਵਾ, ਉਹ ਕੌਣ ਆ? ਨਾਗਭੱਟ ਪਹਿਲਾ ਵਾ। ਇਨ 725 AD ਵਿੱਚ ਉਹਨੇ ਜਿਹੜੀ ਹੈਗੀ ਇਹਦੀ ਸਥਾਪਨਾ ਕੀਤੀ ਆ। ਇਨ ਅਵੰਤੀ ਐਂਡ ਪਾਰਟਸ ਆਫ ਸਾਊਥਰਨ ਰਾਜਸਥਾਨ। ਅਵੰਤੀ ਅਤੇ ਜਿਹੜਾ ਦੱਖਣੀ ਰਾਜਸਥਾਨ ਆ ਉਹਦੇ ਭਾਗਾਂ ਦੇ ਵਿੱਚ ਜਿਹੜੀ ਆ ਪ੍ਰਤਿਹਾਰ ਵੰਸ਼ ਦੀ ਸਥਾਪਨਾ ਹੋਈ ਸੀ। ਅੱਗੇ ਦੇਖਦੇ ਹਾਂ। ਮਿਹਰਭੋਜ ਵਾਜ ਦਾ
ਮੋਸਟ ਪਾਵਰਫੁਲ ਰੂਲਰ ਆਫ ਦਿਸ ਡਾਇਨੈਸਟੀ। ਜਿਹੜਾ ਇਹ ਵੰਸ਼ ਸੀ ਇਹਦਾ ਸਭ ਤੋਂ ਸ਼ਕਤੀਸ਼ਾਲੀ ਰਾਜਾ ਕਿਹੜਾ ਸੀਗਾ? ਮਿਹਰ ਭੋਜ ਸੀਗਾ ਸਭ ਤੋਂ ਸ਼ਕਤੀਸ਼ਾਲੀ ਰਾਜਾ। ਹੀ ਰੂਲਡ ਫਰੋਮ AD, ਹੁਣ ਉਹਨੇ ਰਾਜ ਕਦੋਂ ਤੋਂ ਕੀਤਾ? 836 ਟੂ 885 AD ਤੱਕ। ਉਹਨੇ 836 ਤੋਂ ਲੈ ਕੇ 885 ਈਸਵੀ ਤੱਕ ਜਿਹੜਾ ਸੀਗਾ ਰਾਜ ਕੀਤਾ ਸੀ। ਅੰਡਰ ਹਿਜ਼ ਦਿਸ ਡਾਇਨੈਸਟੀ ਰੀਚਡ ਦਾ ਜੈਨਥ ਆਫ ਇਟਸ ਗਲੋਰੀ। ਅਤੇ ਉਹਦੇ ਜਿਹੜਾ ਕਹਿੰਦੇ ਸੀਗੇ ਵੀ ਅਧਿਕਾਰ ਦੇ ਹੇਠ ਜਿਹੜੀ ਇਹ ਡਾਇਨੈਸਟੀ ਸੀ ਉਹਨੇ ਬਹੁਤ ਜ਼ਿਆਦਾ ਕੀ ਸੀਗਾ ਕਿ ਆਪਣੀ ਚਰਮ ਸੀਮਾ 'ਤੇ ਪਹੁੰਚ ਗਈ ਸੀਗੀ, ਬਹੁਤ ਉਚਾਈਆਂ 'ਤੇ। ਹੀ ਏਵਨ ਕੌਨਕਵਰਡ ਕਨੌਜ ਐਂਡ ਦਸ ਐਡਡ ਮਚ ਟੂ ਹਿਜ਼ ਗਲੋਰੀ ਐਟ ਦੈਟ ਟਾਈਮ। ਫਿਰ ਉਹਨੇ ਇਹ ਤੋਂ ਬਾਅਦ ਕੀ ਕੀਤਾ ਕਿ ਜਿਹੜਾ ਕਨੌਜ ਸੀ ਉਹਨੂੰ ਵੀ ਜਿੱਤ ਲਿਆ ਸੀਗਾ। ਆਫਟਰ ਮਿਹਰ ਭੋਜ ਹਿਜ ਸਨ ਮਹਿੰਦਰਪਾਲਾ ਬਿਕੇਮ ਆ ਰੂਲਰ। ਹੁਣ ਜਦੋਂ ਮਿਹਰ ਭੋਜ ਸੀਗਾ ਠੀਕ ਆ ਉਹਦੀ ਮੌਤ ਹੋ ਗਈ, ਉਹ ਤੋਂ ਬਾਅਦ ਜਿਹੜਾ ਉਹਦਾ ਉੱਤਰਾਧਿਕਾਰੀ ਕੌਣ ਬਣਿਆ? ਉਹ ਬਣਿਆ ਮਹਿੰਦਰਪਾਲ। ਇਹ ਇੰਪੋਰਟੈਂਟ ਨੇ ਜਿਹੜੇ ਮੈਂ ਅੰਡਰਲਾਈਨ ਕਰਨੀ ਹੈ, ਇਹਨਾਂ ਵੱਲ ਖਾਸ ਧਿਆਨ ਦੇਣਾ ਸਾਰਿਆਂ ਨੇ। ਹੂ ਰੂਲਡ ਫਰੋਮ AD 885 ਟੂ 910, ਜਿਹਨੇ 885 ਤੋਂ ਲੈ ਕੇ 910 ਈਸਵੀ ਤੱਕ ਜਿਹੜਾ ਸੀ ਰਾਜ ਕੀਤਾ ਸੀ। ਅੱਗੇ ਹੈ ਹੀ ਵਾਜ ਆ ਲਵਰ ਆਫ ਲਿਟਰੇਚਰ ਐਂਡ ਆਰਟ, ਕਿ ਜਿਹੜਾ ਇਹ ਰਾਜਾ ਸੀਗਾ, ਹੁਣ ਆਪਾਂ ਮਹਿੰਦਰਪਾਲ ਬਾਰੇ ਪੜ੍ਹ ਰਹੇ ਹਾਂ, ਉਹ ਕਲਾ ਦਾ ਅਤੇ ਜਿਹੜਾ ਸੀਗਾ ਸਾਹਿਤ ਦਾ ਬਹੁਤ ਪ੍ਰੇਮੀ ਸੀ। ਠੀਕ ਹੈ। ਰਾਜ ਸ਼ੇਖਰ ਵਾਜ ਦਾ ਮੋਸਟ ਫੇਮਸ ਪੋਇਟ ਆਫ ਹਿਸ ਕੋਰਟ। ਇਹ ਜਿਹੜੀ ਇੰਪੋਰਟੈਂਟ ਆ ਕਿ ਰਾਜ ਸ਼ੇਖਰ ਜਿਹੜਾ ਸੀਗਾ ਉਹ ਮਹਿੰਦਰਪਾਲ ਜਿਹੜਾ ਸੀਗਾ ਪ੍ਰਤਿਹਾਰ ਵੰਸ਼ ਦਾ, ਠੀਕ ਹੈ, ਉਹਦੇ ਦਰਬਾਰ ਦਾ ਸਭ ਤੋਂ ਮਹਾਨ ਕਵੀ ਸੀਗਾ। ਬਿਕੋਜ਼ ਪ੍ਰਤਿਹਾਰਾ ਰੂਲਰ ਰਾਜਪਾਲਾ ਐਕਸੈਪਟਰ ਦਾ ਸੋਵਰੇਟੀ ਆਫ ਦਾ of Mahmud Ghaznavi in 1018 to 19, therefore he was killed by ਰਾਜਪੂਤ। ਜਿਹੜਾ ਕਹਿੰਦੇ ਪ੍ਰਤਿਹਾਰ ਸ਼ਾਸਕ ਰਾਜਪਾਲ ਸੀਗਾ ਨਾ, ਉਹਨੇ 1018 ਤੇ 19 ਵਿੱਚ ਈਸਵੀ ਵਿੱਚ ਸੀਗਾ ਮਹਿਮੂਦ ਗਜਨਵੀ ਜਿਹੜਾ ਸੀਗਾ ਉਹਦੀ ਅਧੀਨਤਾ ਸਵੀਕਾਰ ਕਰ ਲਈ ਸੀਗੀ। ਠੀਕ ਹੈ। ਉਹਦੇ ਕਰਕੇ ਜਿਹੜੇ ਰਾਜਪੂਤ ਸੀ ਉਹਨਾਂ ਹੱਥੋਂ ਉਹ ਮਾਰਿਆ ਗਿਆ ਸੀ। ਸੋ ਦਾ ਗੁਰਜਰ ਪ੍ਰਤਿਹਾਰਾ ਡਾਇਨੈਸਟੀ ਕੇਮ ਟੂ ਐਨ ਐਂਡ। ਇਸ ਤਰ੍ਹਾਂ ਜਿਹੜਾ ਇਹ ਰਾਜ ਸੀ ਇਹਦਾ ਅੰਤ ਹੋ ਗਿਆ ਸੀ। ਅੱਗੇ ਕੰਟੀਨਿਊ ਕਰਦੇ ਹਾਂ। ਨੈਕਸਟ ਡਾਇਨੈਸਟੀ ਹੈ ਜਿਹੜੀ ਉਹ ਹੈ ਪਾਲਾ ਡਾਇਨੈਸਟੀ। ਦਾ ਪਾਲਾ ਰੂਲਡ ਇਨ ਦਾ ਰੀਜਨ ਆਫ ਬੰਗਾਲ, ਬਿਹਾਰ ਐਂਡ ਝਾਰਖੰਡ। ਜਿਹੜੇ ਪਾਲ ਵੰਸ਼ ਦੇ ਜਿਹੜੇ ਸ਼ਾਸਕ ਸੀਗੇ ਉਹ ਕਿੱਥੇ ਰਾਜ ਕਰਦੇ ਸੀ? ਬੰਗਾਲ, ਬਿਹਾਰ ਅਤੇ ਝਾਰਖੰਡ ਦੇ ਵਿੱਚ ਜਿਹੜੇ ਸੀ ਉਹ ਰਾਜ ਕਰਦੇ ਸੀਗੇ। ਗੋਪਾਲ ਫਾਊਂਡਡ ਦਾ ਪਾਲਾ ਡਾਇਨੈਸਟੀ ਇਨ ਬੰਗਾਲ ਐਂਡ ਬਿਹਾਰ ਇਨ 750 AD। ਇਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਫੈਕਟ ਹੈ ਨਾ ਕਿ ਜਿਹੜਾ ਪਾਲ ਵੰਸ਼ ਆ ਉਹਦਾ ਸੰਸਥਾਪਕ ਕੌਣ ਆ ਜਾਂ ਉਹਦੀ ਸਥਾਪਨਾ ਕਿਹਨੇ ਕੀਤੀ ਆ? ਤਾਂ ਉਹ ਕੀਤੀ ਆ ਗੋਪਾਲ ਨੇ। ਕਦੋਂ ਕੀਤੀ ਆ? 750 ਈਸਵੀ ਦੇ ਵਿੱਚ। ਨੈਕਸਟ ਦੇਖਦੇ ਹਾਂ ਹਿਜ ਸਨ ਧਰਮਪਾਲਾ ਵਾਸ ਦਾ ਮੋਸਟ ਪਾਵਰਫੁਲ ਰੂਲਰ ਆਫ ਦਿਸ ਡਾਇਨੈਸਟੀ। ਅਤੇ ਜਿਹੜੀ ਪਾਲ ਡਾਇਨੈਸਟੀ ਉਹਦਾ ਸਭ ਤੋਂ ਜਿਹੜਾ ਆਪਾਂ ਕਹਿ ਦਈਏ ਪਾਵਰਫੁਲ ਸ਼ਕਤੀਸ਼ਾਲੀ ਰਾਜਾ ਕੌਣ ਸੀਗਾ? ਜਿਹੜਾ ਗੋਪਾਲ ਸੀ ਉਹਦਾ ਪੁੱਤਰ ਸੀਗਾ ਧਰਮਪਾਲ, ਉਹ ਸ਼ਕਤੀਸ਼ਾਲੀ ਰਾਜਾ ਸੀ। ਹੀ ਰੂਲਡ ਫਰੋਮ AD 770 ਟੂ 810। ਉਹਨੇ 770 ਤੋਂ ਲੈ ਕੇ 810 ਈਸਵੀ ਤੱਕ ਰਾਜ ਕੀਤਾ ਸੀਗਾ। ਹੀ ਕੌਨਕਵਰਡ ਏਰੀਆਜ਼ ਐਂਡ ਚੇਂਜਡ ਹਿਜ਼ ਕਿੰਗਡਮ ਇਨਟੂ ਐਨ ਐम्पायर। ਉਹਨੇ ਕੀ ਕੀਤਾ ਕਿ ਜਿਹੜਾ ਬਹੁਤ ਸਾਰੇ ਇਲਾਕੇ ਉਹਨੇ ਜਿੱਤੇ ਸੀ, ਉਹਨੇ ਉਹਨਾਂ ਨੂੰ ਆਪਣੇ ਸਾਮਰਾਜ ਵਿੱਚ ਜਿਹੜਾ ਸੀਗਾ ਤਬਦੀਲ ਕਰਤਾ ਸੀਗਾ, ਬਦਲ ਲਿਆ ਸੀ, ਮਤਲਬ ਸ਼ਾਮਿਲ ਕਰ ਲਿਆ ਸੀ ਉਹਦੇ ਵਿੱਚ। ਹੀ ਵਾਜ ਬੁੱਧਿਸਟ, ਅਤੇ ਉਹ ਇੱਕ ਤਰ੍ਹਾਂ ਨਾਲ ਇੱਕ ਬੋਧੀ ਰਾਜਾ ਸੀ, ਬੁੱਧ ਧਰਮ ਨੂੰ ਮੰਨਣ ਵਾਲਾ ਸੀ। ਠੀਕ ਹੈ। ਹਾਂਜੀ, ਅੱਗੇ ਹੈ ਹੀ ਫਾਊਂਡਡ ਦਾ ਫੇਮਸ ਮੋਨੈਸਟਰੀ ਆਫ ਬਿਕਰਮਸ਼ਿਲਾ ਵਿਚ ਗ੍ਰੋ ਟੂ ਬੀ ਆ ਗ੍ਰੇਟ ਯੂਨੀਵਰਸਿਟੀ ਲੇਟਰ ਔਨ। ਕਿ ਜਿਹੜਾ ਰਾਜਾ ਧਰਮਪਾਲ ਸੀਗਾ ਉਹਨੇ ਬਿਕਰਮਸ਼ਿਲਾ ਜਿਹੜਾ ਬਿਹਾਰ ਸੀ ਉਹਦੀ ਸਥਾਪਨਾ ਕੀਤੀ ਸੀ। ਇਹ ਇੰਪੋਰਟੈਂਟ ਆ ਕਿ ਬਿਕਰਮਸ਼ਿਲਾ ਬਿਹਾਰ ਆ ਜਿਹੜਾ ਉਹਦੀ ਸਥਾਪਨਾ ਕਿਹਨੇ ਕੀਤੀ ਆ? ਉਹ ਕੀਤੀ ਆ ਰਾਜਾ ਧਰਮਪਾਲ ਨੇ। ਅਤੇ ਬਾਅਦ ਵਿੱਚ ਜਿਹੜਾ ਇਹ ਬਿਕਰਮਸ਼ਿਲਾ ਸੀ ਇਹ ਇੱਕ ਫੇਮਸ ਜਿਹੜੀ ਸੀ ਯੂਨੀਵਰਸਿਟੀ ਬਣ ਗਿਆ ਸੀ। ਅੱਗੇ ਦੇਖਦੇ ਹਾਂ। ਹਿਜ ਸਕਸੈਸਰ ਦੇਵਪਾਲਾ ਆਲਸੋ ਬਿਕੇਮ ਵੈਰੀ ਫੇਮਸ। ਅਤੇ ਉਹਦਾ ਜਿਹੜਾ ਉੱਤਰਾਧਿਕਾਰੀ ਸੀਗਾ ਦੇਵਪਾਲ, ਉਹ ਵੀ ਇੱਕ ਪ੍ਰਸਿੱਧ ਰਾਜਾ ਬਣਿਆ ਸੀ। ਡਿਊਰਿੰਗ ਦਾ ਰੂਲ ਆਫ ਪਾਲਾ ਆ ਗ੍ਰੇਟ ਪ੍ਰੋਗਰੈਸ ਵਾਜ ਮੇਡ ਇਨ ਦਾ ਫੀਲਡ ਆਫ। ਹੁਣ ਕਹਿੰਦੇ ਜਿਹੜੇ ਪਾਲ ਰਾਜੇ ਸੀ ਉਹਨਾਂ ਦੇ ਅੰਡਰ ਜੇ ਦੇਖਿਆ ਜਾਵੇ ਤਾਂ ਉਹਨਾਂ ਦੇ ਸ਼ਾਸਨ ਦੇ ਵਿੱਚ ਕਿਹੜੀ ਕਿਹੜੀ ਚੀਜ਼ ਆ
ਜਿਹਨੇ ਬਹੁਤ ਜ਼ਿਆਦਾ ਪ੍ਰੋਗਰੈਸ ਕੀਤੀ ਹੈ, ਤਰੱਕੀ ਕੀਤੀ ਹੈ, ਤਾਂ ਉਹ ਸੀ ਆਰਕੀਟੈਕਟਰ ਭਵਨ ਉਸਾਰੀ ਜਿਹਨੂੰ ਆਪਾਂ ਕਹਿ ਦਈਏ, ਪੇਂਟਿੰਗ ਚਿੱਤਰਕਾਰੀ, ਐਜੂਕੇਸ਼ਨ ਸਿੱਖਿਆ ਐਂਡ ਲਿਟਰੇਚਰ ਮਤਲਬ ਸਾਹਿਤ। ਇਹਨਾਂ ਸਾਰੀਆਂ ਚੀਜ਼ਾਂ ਦਾ ਬਹੁਤ ਵਿਕਾਸ ਹੋਇਆ ਸੀ ਪਾਲ ਰਾਜਿਆਂ ਦੇ ਅੰਡਰ। ਅਲਾਉ ਦਾ ਰੂਲਰ ਆਫ ਪਾਲਾ ਡਾਇਨੈਸਟੀ ਵਰ ਦਾ ਫੋਲੋਅਰਸ ਆਫ ਬੁੱਧਿਜ਼ਮ। ਦੇਖੋ ਜਿਹੜੇ ਪਾਲ ਡਾਇਨੈਸਟੀ ਦੇ ਰਾਜੇ ਸੀ ਉਹ ਕਿਹਨੂੰ ਮੰਨਦੇ ਸੀ, ਕਿਹਦੇ ਅਨੁਯਾਈ ਸੀਗੇ, ਬੁੱਧ ਧਰਮ ਦੇ ਸੀਗੇ। ਬਟ ਦੇ ਹੈਡ ਟੂ ਟੋਲਰੇਟ ਫੋਰ ਅਦਰ ਰਿਲੀਜਨਸ, ਪਰ ਉਹ ਦੂਜੇ ਧਰਮਾਂ ਨਾਲ ਵੀ ਕੀ ਸੀ, ਹਮਦਰਦੀ ਰੱਖਦੇ ਸੀਗੇ। ਸਾਰੇ ਮਤਲਬ ਆਪਾਂ ਕਹਿ ਦਈਏ ਕਿ ਧਰਮਾਂ ਦੇ ਪ੍ਰਤੀ ਉਹਨਾਂ ਨੇ ਜਿਹੜੀ ਸੀ ਇਹ ਨੀਤੀ ਅਪਣਾਈ ਹੋਈ ਸੀ ਕਿ ਸਾਰੇ ਧਰਮ ਬਰਾਬਰ ਆ, ਸਾਰਿਆਂ ਦਾ ਹੀ ਉਹ ਆਦਰ ਕਰਦੇ ਸੀਗੇ। ਦੇਵਪਾਲ ਬੁਲੇਟ ਆ ਫੇਮਸ ਮਹਾਬੋਧੀ ਟੈਂਪਲ ਐਟ ਬੋਧ ਗਿਆ। ਇਹ ਜਿਹੜਾ ਹੈਗਾ ਇੰਪੋਰਟੈਂਟ ਫੈਕਟ ਆ ਇੰਨਾ ਕਿ ਜਿਹੜਾ ਦੇਵਪਾਲ ਰਾਜਾ ਸੀਗਾ ਪਾਲ ਡਾਇਨੈਸਟੀ ਦਾ, ਉਹਨੇ ਫੇਮਸ ਮਹਾਬੋਧੀ ਟੈਂਪਲ ਬਣਵਾਇਆ ਸੀ ਕਿੱਥੇ, ਬੋਧ ਗਿਆ। ਠੀਕ ਹੈ, ਜਿੱਥੇ ਭਗਵਾਨ ਬੁੱਧ ਨੂੰ ਜਿਹੜੀ ਸੀ ਗਿਆਨ ਦੀ ਪ੍ਰਾਪਤੀ ਹੋਈ ਸੀ। ਅੰਡਰ ਹਿਮ ਦਾ ਪਾਲਾ ਡਾਇਨੈਸਟੀ ਸਟੇਬਲਿਸ਼ਡ ਟ੍ਰੇਡ ਰਿਲੇਸ਼ਨਸ ਵਿਦ, ਅਤੇ ਉਹਦੇ ਰਾਜ ਦੇ ਵਿੱਚ ਹੀ ਜਿਹੜੇ ਪਾਲ ਡਾਇਨੈਸਟੀ ਦੇ ਰਾਜੇ ਸੀ ਉਹਨਾਂ ਦਾ ਵਪਾਰ ਹੋਇਆ ਸੀ ਕਿਹਦੇ ਨਾਲ, ਸਾਊਥ ਈਸਟ ਏਸ਼ੀਆ ਵਾਲੇ ਜਿਹੜੇ ਦੇਸ਼ ਸੀਗੇ ਉਹਨਾਂ ਦੇ ਨਾਲ। ਦਾ ਪਾਲਾ ਡਾਇਨੈਸਟੀ ਕੇਮ ਟੂ ਐਨ ਐਂਡ ਟੂਵਾਰਡਸ ਦਾ ਐਂਡ ਆਫ ਦਾ 12th ਸੈਂਚੁਰੀ, ਅਤੇ 12ਵੀਂ ਸਦੀ ਦੇ ਜਿਹੜਾ ਹੈਗਾ ਵਾ ਅੰਤ ਤੱਕ ਆਪਾਂ ਕਹਿ ਦਈਏ ਕਿ ਜਿਹੜਾ ਪਾਲ ਵੰਸ਼ ਸੀਗਾ ਉਹਦਾ ਵੀ ਜਿਹੜਾ ਸੀ ਅੰਤ ਹੋ ਗਿਆ ਸੀ। ਅੱਗੇ ਦੇਖਦੇ ਹਾਂ। ਨੈਕਸਟ ਜਿਹੜਾ ਹੈਗਾ ਇਹ ਟੈਂਪਲ ਦੀ ਫੋਟੋ ਦਿੱਤੀ ਹੋਈ, ਦੇਖੋ ਇਹ ਮਹਾਬੋਧੀ ਟੈਂਪਲ ਆ ਜਿਹੜਾ ਬੋਧ ਗਿਆ ਦਾ। ਇਹ ਕਿਹਨੇ ਬਣਵਾਇਆ ਵਾ, ਮੈਂ ਤੁਹਾਨੂੰ ਪਹਿਲਾਂ ਪੜ੍ਹਾ ਕੇ ਹਟੀ ਹਾਂ। ਹਾਂਜੀ, ਜਿਹਨੂੰ ਵੀ ਯਾਦ ਆ ਮੇਰੀ ਵੀਡੀਓ ਦੇ ਹੇਠਾਂ ਕਮੈਂਟ ਕਰਕੇ ਦੱਸੋ ਕਿ ਬੋਧ ਗਿਆ ਦਾ ਜਿਹੜਾ ਮਹਾਬੋਧੀ ਟੈਂਪਲ ਆ ਕਿਹਨੇ ਬਣਾਇਆ ਵਾ। ਉਹ ਬਣਾਇਆ ਵਾ ਦੇਵ ਪਾਲਾ ਨੇ। ਠੀਕ ਹੈ, ਅਤੇ ਕਿੱਥੇ ਬਣਾਇਆ ਗਿਆ, ਬੋਧ ਗਿਆ, ਜਿੱਥੇ ਭਗਵਾਨ ਬੁੱਧ ਨੂੰ ਜਿਹੜੀ ਹੈ ਗਿਆਨ ਦੀ ਪ੍ਰਾਪਤੀ ਹੋਈ ਆ। ਨੈਕਸਟ ਦੇਖਦੇ ਹਾਂ ਰਾਸ਼ਟਰਕੂਟ ਡਾਇਨੈਸਟੀ। ਰਾਸ਼ਟਰਕੂਟ ਜਿਹੜਾ ਸੀਗਾ ਵੰਸ਼, ਹੁਣ ਉਹਦੇ ਬਾਰੇ ਪੜ੍ਹਦੇ ਹਾਂ। ਦਾ ਰਾਸ਼ਟਰਕੂਟਾਸ ਬਿਲੋਂਗਡ ਟੂ ਦਾ ਦੱਖਣ, ਦੱਖਣ ਮਤਲਬ ਕਿ ਦੱਖਣ ਵਾਲੀ ਸਾਈਡ ਦਾ ਏਰੀਆ, ਸਾਊਥ ਵਾਲੀ ਸਾਈਡ ਦਾ, ਕਿ ਰਾਸ਼ਟਰਕੂਟ ਰਾਜੇ ਕਿਹੜੇ ਏਰੀਆ ਨੂੰ ਬਿਲੋਂਗ ਕਰਦੇ ਸੀ, ਦੱਖਣ ਨੂੰ। ਦਾ ਏਰੀਆ ਟੂ ਦਾ ਨਾਰਥ ਆਫ ਦਾ ਕ੍ਰਿਸ਼ਨਾ ਐਂਡ ਤੁੰਗਭਦਰਾ ਰਿਵਰ ਇਜ਼ ਨੋਨ ਐਸ ਦਾ ਦੱਖਣ। ਕਿਹੜੇ ਏਰੀਏ ਨੂੰ ਦੱਖਣ ਕਿਹਾ ਜਾਂਦਾ ਵਾ, ਕ੍ਰਿਸ਼ਨਾ ਅਤੇ ਤੁੰਗਭਦਰਾ ਨਦੀਆਂ ਨੇ ਜਿਹੜੀਆਂ, ਦੇਖੋ ਠੀਕ ਹੈ, ਉਹਨਾਂ ਦਾ ਜਿਹੜਾ ਏਰੀਆ ਵਾ ਉਹਨੂੰ ਕੀ ਕਿਹਾ ਜਾਂਦਾ ਵਾ, ਦੱਖਣ ਕਿਹਾ ਜਾਂਦਾ ਵਾ। ਅੱਗੇ ਦੇਖਦੇ ਹਾਂ। ਦੰਤੀਦੁਰਗ ਵਾਜ ਦਾ ਫਾਊਂਡਰ ਆਫ ਰਾਸ਼ਟਰਕੂਟਾ ਡਾਇਨੈਸਟੀ ਇਨ 742 AD। ਜਿਹੜਾ ਰਾਸ਼ਟਰਕੂਟ ਵੰਸ਼ ਆ ਉਹਦਾ ਸੰਸਥਾਪਕ ਕੌਣ ਆ, ਉਹ ਹੈ ਦੰਤੀਦੁਰਗ। ਇਹ ਇੰਪੋਰਟੈਂਟ ਆ, ਅਤੇ ਉਹਨੇ ਜਿਹੜੀ ਹੈਗੀ ਆ ਰਾਸ਼ਟਰਕੂਟ ਵੰਸ਼ ਦੀ ਸਥਾਪਨਾ ਕਦੋਂ ਕੀਤੀ, 742 ਈਸਵੀ ਵਿੱਚ ਇਨ ਮਾਡਰਨ ਮਹਾਰਾਸ਼ਟਰ। ਅਤੇ ਅੱਜ ਦਾ ਜਿਹੜਾ ਮਹਾਰਾਸ਼ਟਰ ਦਾ ਏਰੀਆ ਵਾ ਉੱਥੇ ਜਿਹੜੀ ਸੀ ਉਹਨੇ ਸਥਾਪਨਾ ਕੀਤੀ ਸੀ। ਅੱਗੇ ਦੇਖਦੇ ਹਾਂ। ਆਫਟਰ ਦੰਤੀਦੁਰਗਸ ਡੈਥ ਕ੍ਰਿਸ਼ਨਾ ਫਸਟ, ਗੋਵਿੰਦਾ ਸੈਕਿੰਡ ਧਰੁਬਾ, ਗੋਵਿੰਦਾ ਥਰਡ ਅਮੋਘ ਵਰਸ਼ਾ ਐਂਡ ਕ੍ਰਿਸ਼ਨਾ ਥਰਡ ਐਕਸਟੈਰਾ ਜਿਹੜੇ ਸੀਗੇ ਇਹ ਰਾਜੇ ਬਣੇ ਸੀਗੇ ਸਾਰੇ। ਵਰ ਦਾ ਰੂਲਰ ਆਫ ਦਿਸ ਡਾਇਨੈਸਟੀ। ਦੇ ਫਾਊਟ ਅਗੇਂਸਟ ਦਾ ਚਾਲਕੂਆਸ ਐਂਡ ਦਾ ਪੱਲਵਾਸ ਇਨ ਦਾ ਸਾਊਥ ਇੰਡੀਆ ਵਿੱਚ ਇਹਨਾਂ ਨੇ ਲੜਾਈਆਂ ਕੀਤੀਆਂ ਸੀ ਕਿਹਦੇ ਨਾਲ, ਚਾਲਕੂਆਂ ਨਾਲ ਅਤੇ ਪੱਲਵ ਰਾਜਿਆਂ ਦੇ ਨਾਲ। ਦੇ ਆਲਸੋ ਸਟਰਗਲਡ ਅਗੇਂਸਟ ਦਾ ਪਾਲਾਸ ਐਂਡ ਪ੍ਰਤੀਹਾਰਾਸ ਫੋਰ ਦਾ ਕੰਟਰੋਲ। ਅਤੇ ਇਹ ਤੋਂ ਬਿਨਾਂ ਜਿਹੜੇ ਪਾਲ ਰਾਜੇ ਸੀ ਜਾਂ ਜਿਹੜੇ ਪ੍ਰਤੀਹਾਰ ਰਾਜੇ ਸੀਗੇ ਉਹਨਾਂ ਸ਼ਾਸਕਾਂ ਨਾਲ ਵੀ ਜਿਹੜਾ ਸੀਗਾ ਇਹਨਾਂ ਦਾ ਸੰਘਰਸ਼ ਚੱਲਦਾ ਰਹਿੰਦਾ ਸੀ। ਕੰਟਰੋਲ ਆਫ ਦਾ ਕਨੌਜ, ਉਹਨਾਂ ਨਾਲ ਜਿਹੜਾ ਸੰਘਰਸ਼ ਚੱਲਦਾ ਸੀ ਉਹ ਕਿਹਨੂੰ ਲੈ ਕੇ ਚੱਲਦਾ ਸੀ, ਕਨੌਜ ਨੂੰ ਲੈ ਕੇ ਜਿਹੜਾ ਸੀ ਇਹਨਾਂ ਦਾ ਸੰਘਰਸ਼ ਚੱਲਦਾ ਸੀ, ਕਨੌਜ 'ਤੇ ਕਬਜ਼ਾ ਕਰਨ ਨੂੰ ਲੈ ਕੇ। ਨੈਕਸਟ ਹੈ ਦਾ ਰਾਸ਼ਟਰਕੂਟਾ ਰੂਲਰ ਧਰੁਵਾ ਡਿਫੀਟਡ ਦਾ ਪ੍ਰਤੀਹਾਰਾ ਰੂਲਰ ਬਤਸਰਾਜ। ਜਿਹੜਾ ਰਾਸ਼ਟਰਕੂਟ ਸ਼ਾਸਕ ਧਰੁਵ ਸੀਗਾ ਉਹਨੇ ਪ੍ਰਤੀਹਾਰ ਸ਼ਾਸਕ ਬਤਸਰਾਜ ਨੂੰ ਜਿਹੜਾ ਸੀ ਹਰਾਇਆ ਸੀਗਾ। ਬਟ ਧਰੁਵਾ ਕੁਡ ਨਾਟ ਰਿਟੇਨ ਕਨੌਜ ਫੋਰ ਅ ਲੌਂਗ ਟਾਈਮ ਬਿਕੋਜ਼ ਹੀ ਕਨਸੈਂਟਰੇਟਡ ਔਨ ਨਾਰਥ ਇੰਡੀਆ। ਜਿਹੜਾ ਕਹਿੰਦੇ ਧਰੁਵ ਸੀਗਾ ਉਹ ਜ਼ਿਆਦਾ ਲੰਬੇ ਸਮੇਂ ਤੱਕ ਜਿਹੜਾ ਕਨੌਜ ਸੀ ਨਾ ਉਹਨੂੰ ਆਪਦੇ ਅੰਡਰ ਨਹੀਂ ਰੱਖ ਸਕਿਆ ਸੀ। ਕਿਉਂਕਿ ਉਹਦਾ ਧਿਆਨ ਜਿਹੜਾ ਸੀ ਜ਼ਿਆਦਾਤਰ ਕੌਨਸਨਟਰੇਟ ਜਿਹੜਾ ਸੀ ਉਹਦਾ ਕਿੱਧਰ ਬਣਿਆ ਹੋਇਆ ਸੀਗਾ, ਕੌਨਸਨਟਰੇਟ ਉਹਦਾ ਨਾਰਥ ਇੰਡੀਆ ਵਾਲੀ ਸਾਈਡ ਬਣਿਆ ਹੋਇਆ ਸੀ।
द राष्ट्रकूटा डायनेस्टी एंडड सून आफ्टर द डेथ ऑफ कृष्णा ਜਿਹੜਾ ਸੀ ਥਰਡ। ਜਦੋਂ ਕ੍ਰਿਸ਼ਨ ਥਰਡ ਦੀ ਕਹਿੰਦੇ ਡੈਥ ਹੋ ਗਈ ਤਾਂ ਉਹਦੇ ਨਾਲ ਹੀ ਨਾਲ ਜਿਹੜੀ ਕੀ ਆ ਕਿ ਰਾਸ਼ਟਰਕੂਟ ਵੰਸ਼ ਆ ਉਹਦਾ ਵੀ ਅੰਤ ਹੋ ਗਿਆ ਸੀ। ਅੱਗੇ ਹੈ ਦ ਰਾਸ਼ਟਰਕੂਟਾਸ ਬਾਰ ਪੈਟਰਨਸ ਆਫ ਆਰਟ ਐਂਡ ਐਜੂਕੇਸ਼ਨ। ਜਿਹੜੇ ਰਾਸ਼ਟਰਕੂਟ ਸ਼ਾਸਕ ਸੀਗੇ ਉਹ ਕਲਾ ਅਤੇ ਸਿੱਖਿਆ ਦੇ ਸਰਪ੍ਰਸਤ ਸੀਗੇ। ਦ ਕੈਲਾਸ਼ ਟੈਂਪਲ ਐਟ ਐਲੋਰਾ ਬੁਲਟ ਬਾਏ ਦਾ ਰੂਲਰ ਕ੍ਰਿਸ਼ਨਾ ਫਸਟ। ਇਹ ਦੇਖੋ ਜੀ ਇੰਪੋਰਟੈਂਟ ਫੈਕਟ ਆ, ਐਗਜ਼ਾਮ ਵਿੱਚ ਪੁੱਛ ਲਿਆ ਜਾਂਦਾ ਵਾ ਕਿ ਅਲੋਰਾ ਦਾ ਜਿਹੜਾ ਕੈਲਾਸ਼ ਮੰਦਰ ਆ ਉਹ ਕਿਹਨੇ ਬਣਵਾਇਆ ਵਾ, ਕ੍ਰਿਸ਼ਨਾ ਫਸਟ ਨੇ ਬਣਵਾਇਆ ਵਾ। ਕਿੰਗ ਅਮੋਘ ਵਰਸ਼ਾ ਬਾਜ ਆ ਗੁੱਡ ਪੋਇਟ। ਅਤੇ ਜਿਹੜਾ ਰਾਸ਼ਟਰਕੂਟ ਅਮੋਘ ਵਰਸ਼ ਰਾਜਾ ਸੀ ਉਹ ਇੱਕ ਚੰਗਾ ਕਵੀ ਸੀਗਾ। ਰਾਸ਼ਟਰਕੂਟਾ ਰੂਲਰਸ ਹੈਡ ਟ੍ਰੇਡ ਰਿਲੇਸ਼ਨਸ ਵਿਦ ਦਾ ਅਦਰ ਕੰਟਰੀਜ਼। ਜਿਹੜੇ ਰਾਸ਼ਟਰਕੂਟ ਰਾਜੇ ਸੀ ਉਹਨਾਂ ਦਾ ਦੂਜੇ ਦੇਸ਼ਾਂ ਨਾਲ ਵੀ ਵਪਾਰ ਰਹਿੰਦਾ ਸੀ। ਹਿੰਦੂਇਜ਼ਮ ਵਾਜ ਦਾ ਮੋਸਟ ਪਾਪੂਲਰ ਰਿਲੀਜਨ ਡਿਊਰਿੰਗ ਦਾ ਅਰਲੀ ਮੈਡੀਵਲ ਪੀਰੀਅਡ। ਕਹਿੰਦੇ ਮੱਧਕਾਲੀਨ ਦੇ ਸ਼ੁਰੂ ਵਿੱਚ ਜਿਹੜਾ ਸੀਗਾ ਹਿੰਦੂ ਧਰਮ ਜਿਹੜਾ ਸੀ ਬਹੁਤ ਫੇਮਸ ਸੀਗਾ। ਦੇ ਪੈਟਰੋਨਾਈਜ਼ਡ ਸ਼ੈਵਿਜ਼ਮ ਐਂਡ ਵੈਸ਼ਨਵਿਜ਼ਮ। ਅਤੇ ਜਿਹੜੇ ਰਾਸ਼ਟਰਕੂਟ ਸ਼ਾਸਕ ਸੀਗੇ ਉਹ ਸ਼ੈਵ ਧਰਮ ਅਤੇ ਵੈਸ਼ਨਵ ਧਰਮ ਦੀ ਜਿਹੜੀ ਸੀ ਸਰਪ੍ਰਸਤੀ ਵੀ ਕਰਦੇ ਸੀ। ਦੇ ਆਲਸੋ ਇਨਕੋਰੇਜਡ ਜੈਨਿਜ਼ਮ ਬੁੱਧਿਜ਼ਮ ਐਂਡ ਇਸਲਾਮ। ਅਤੇ ਨਾਲ ਹੀ ਨਾਲ ਉਹਨਾਂ ਨੇ ਕੀ ਸੀ ਕਿ ਜੈਨ ਧਰਮ ਸੀ, ਬੁੱਧ ਧਰਮ ਸੀ ਜਾਂ ਜਿਹੜਾ ਇਸਲਾਮ ਧਰਮ ਸੀ ਉਹਨੂੰ ਵੀ ਸਰਪ੍ਰਸਤੀ ਦਿੱਤੀ ਹੋਈ ਸੀ। ਅੱਗੇ ਦੇਖਦੇ ਹਾਂ ਹਾਂਜੀ, ਇਹ ਜਿਹੜੀ ਪਿਕਚਰ ਆਪਾਂ ਨੂੰ ਹੈਗੀ ਦਿੱਤੀ ਹੋਈ ਆ ਇਹ ਹੈਗਾ ਕੈਲਾਸ਼ ਟੈਂਪਲ ਅਲੋਰਾ ਦਾ, ਜਿਹੜਾ ਕਿਹਨੇ ਬਣਵਾਇਆ ਸੀ, ਕ੍ਰਿਸ਼ਨਾ। ਇਹੀ ਐਗਜ਼ਾਮ 'ਚ ਪੁੱਛ ਲਿਆ ਜਾਂਦਾ ਕਿ ਜਿਹੜਾ ਸੀਗਾ ਕ੍ਰਿਸ਼ਨਾ ਥਰਡ ਨੇ ਜਿਹੜਾ ਸੀ ਬਣਾਇਆ ਸੀਗਾ। ਠੀਕ ਹੈ, ਸੌਰੀ ਥਰਡ ਨਹੀਂ, ਕ੍ਰਿਸ਼ਨ ਫਸਟ ਨੇ ਜਿਹੜਾ ਸੀਗਾ ਬਣਾਇਆ ਸੀਗਾ। ਜਿਹੜਾ ਕ੍ਰਿਸ਼ਨ ਥਰਡ ਸੀਗਾ ਉਹ ਜਿਹੜਾ ਸੀ ਰਾਸ਼ਟਰਕੂਟਾਂ ਦਾ ਲਾਸਟ ਰਾਜਾ ਸੀਗਾ। ਅਤੇ ਜਿਹੜਾ ਕ੍ਰਿਸ਼ਨ ਪਹਿਲਾ ਸੀਗਾ ਉਹਨੇ ਜਿਹੜਾ ਸੀਗਾ ਐਲੋਰਾ ਦਾ ਕੈਲਾਸ਼ਨਾਥ ਮੰਦਰ ਬਣਵਾਇਆ ਸੀਗਾ। ਅੱਗੇ ਆਪਾਂ ਨੂੰ ਇੱਕ ਵਰਡ ਦਿੱਤਾ ਹੋਇਆ ਕਿ ਪੈਟਰਨ ਵਟ ਇਜ਼ ਪੈਟਰਨ ਹੈ ਨਾ। ਪੈਟਰਨ ਜਿਹਨੂੰ ਆਪਾਂ ਪੰਜਾਬੀ 'ਚ ਸਰਪ੍ਰਸਤ ਕਹਿੰਦੇ ਹਾਂ, ਕਿ ਇਹਦਾ ਮੀਨਿੰਗ ਕੀ ਆ। ਐਨ ਇਨਫਲੂਐਂਸ਼ੀਅਲ ਪਰਸਨ ਹੂ ਹੈਲਪ ਐਨੀ ਆਰਟਿਸਟ ਕਰਾਫਟਸਮੈਨ ਐਜੂਕੇਸ਼ਨਿਸਟ ਐਕਸਟਰਾ ਇਜ਼ ਕਾਲਡ ਪੈਟਰਨ। ਕਿ ਕੋਈ ਵੀ ਜਿਹੜਾ ਪ੍ਰਭਾਵਸ਼ਾਲੀ ਵਿਅਕਤੀ ਆ ਜੋ ਕਿਸੇ ਕਲਾਕਾਰ, ਸ਼ਿਲਪਕਾਰ, ਠੀਕ ਆ, ਵਿਦਵਾਨ ਆਦਿ ਸਮੂਹ ਦੀ ਜਿਹੜੀ ਸਰਪ੍ਰਸਤੀ ਕਰੇ ਉਹਨੂੰ ਕੀ ਕਹਿੰਦੇ ਆ, ਪੈਟਰਨ ਕਿਹਾ ਜਾਂਦਾ ਵਾ। ਨੈਕਸਟ ਹੈਗਾ ਸੁਸਾਇਟੀ ਇਕੋਨਮੀ ਐਂਡ ਰਿਲੀਜਨ ਇਨ ਨੌਰਥ ਇੰਡੀਆ। ਕਿ ਉੱਤਰੀ ਭਾਰਤ ਦਾ ਜਿਹੜਾ ਆਪਾਂ ਕਹਿ ਦਈਏ ਸਮਾਜ, ਧਰਮ ਅਤੇ ਅਰਥ ਵਿਵਸਥਾ ਜਿਹੜੀ ਸੀ ਕਿਹੋ ਜਿਹੀ ਸੀ ਉਹਦੇ ਬਾਰੇ ਪੜ੍ਹਨਾ। ਸਭ ਤੋਂ ਪਹਿਲਾਂ ਆਪਾਂ ਸੁਸਾਇਟੀ ਦੇ ਬਾਰੇ ਪੜ੍ਹਾਂਗੇ, ਕਿਉਂਕਿ ਜਦੋਂ ਵੀ ਆਪਾਂ ਡਾਇਨੈਸਟੀ ਬਾਰੇ ਪੜ੍ਹਦੇ ਹਾਂ ਤਾਂ ਸਭ ਤੋਂ ਪਹਿਲਾਂ ਆਪਾਂ ਨੂੰ ਉਹਦੇ ਬਾਰੇ ਕਿਸ ਤੋਂ ਪਤਾ ਲੱਗਦਾ, ਉਹਦੇ ਸਮਾਜ ਤੋਂ ਪਤਾ ਲੱਗਦਾ ਕਿ ਸਮਾਜ ਕਿਹੋ ਜਿਹਾ ਸੀ ਉਸ ਟਾਈਮ ਦੇ ਵਿੱਚ। ਤਾਂ ਆਓ ਉਹਦੇ ਬਾਰੇ ਆਪਾਂ ਡਿਸਕਸ ਕਰਦੇ ਹਾਂ। ਦਾ ਕਾਸਟ ਸਿਸਟਮ ਹੈਡ ਬਿਕਮ ਵੈਰੀ ਰਿਜਿਡ ਇਨ ਮੈਡੀਵਲ ਪੀਰੀਅਡ। ਕਹਿੰਦੇ ਮੁੱਢਲਾ ਜਿਹੜਾ ਆਪਣਾ ਕਾਲ ਸੀ, ਮੈਡੀਵਲ ਪੀਰੀਅਡ ਸੀ, ਉਹਦੇ ਵਿੱਚ ਜਾਤੀ ਪ੍ਰਥਾ ਬਹੁਤ ਕੀ ਸੀਗਾ, ਰਿਜਿਡ ਮਤਲਬ ਕਿ ਬਹੁਤ ਕਠੋਰ ਹੋ ਗਈ ਸੀਗੀ ਜਾਤੀ ਪ੍ਰਥਾ। ਸੋਸਾਇਟੀ ਵਾਜ਼ ਡਿਵਾਈਡਡ ਇੰਟੂ 4 ਕਾਸਟ। ਜਿਹੜਾ ਸੋਸਾਇਟੀ ਸੀ ਉਹ 4 ਜਾਤੀਆਂ ਵਿੱਚ ਵੰਡੀ ਗਈ ਸੀ। ਕਿਹੜੀ ਕਿਹੜੀ, ਬ੍ਰਾਹਮਣ, ਕਸ਼ੱਤਰੀ, ਵੈਸ਼ਿਆ ਐਂਡ ਸ਼ੂਦਰਾਸ। ਕਿਹੜੇ ਕਿਹੜੇ 4 ਭਾਗਾਂ 'ਚ, ਬ੍ਰਾਹਮਣ, ਕਸ਼ੱਤਰੀ, ਵੈਸ਼ ਅਤੇ ਸ਼ੂਦਰ। ਬਟ ਫਰਦਰ ਆਲਸੋ ਡਿਵਾਈਡਡ ਇੰਟੂ ਮੈਨੀ ਸਬ ਕਾਸਟਸ। ਅਤੇ ਅੱਗੇ ਵੀ ਜਿਹੜਾ ਸਿਰਫ ਇਹਨਾਂ 4 ਤੱਕ ਸੀਮਿਤ ਨਹੀਂ ਸੀ, ਅੱਗੇ ਵੀ ਇਹ ਜਿਹੜੀਆਂ ਜਾਤੀਆਂ ਸੀ ਬਹੁਤ ਹੀ ਛੋਟੀਆਂ ਮੋਟੀਆਂ ਉਪ ਜਾਤੀਆਂ ਵਿੱਚ ਵੰਡੀਆਂ ਗਈਆਂ ਸੀ। ਦਾ ਬ੍ਰਾਹਮਣਸ ਬਾਰ ਗਿਵਨ ਸਪੈਸ਼ਲ ਰਿਸਪੈਕਟ ਇਨ ਦਾ ਸੁਸਾਇਟੀ। ਜਿਹੜੇ ਬ੍ਰਾਹਮਣ ਸੀ ਸਮਾਜ ਵਿੱਚ ਉਹਨਾਂ ਦਾ ਖਾਸ ਜਿਹੜਾ ਸੀ ਸਨਮਾਨ ਕੀਤਾ ਜਾਂਦਾ ਸੀ। ਬਿਕੋਜ਼ ਕਿਉਂ ਕੀਤਾ ਜਾਂਦਾ ਸੀ, ਕਿਉਂਕਿ ਦੇ ਪਰਫੋਰਮਡ ਰਿਲੀਜੀਅਸ ਸੈਰਾਮਨੀਜ਼। ਕਿਉਂਕਿ ਉਹਨਾਂ ਦਾ ਕੰਮ ਕੀ ਹੁੰਦਾ ਸੀਗਾ, ਧਾਰਮਿਕ ਰਸਮਾਂ ਨੂੰ ਪੂਰਾ ਕਰਨਾ। ਦਾ ਕਿੰਗ ਐਂਡ ਦਾ ਸੋਲਜਰਸ ਯੂਜ਼ ਟੂ ਬੀ ਆ ਕਸ਼ੱਤਰੀਆਜ਼। ਅਤੇ ਜਿਹੜੇ ਕਸ਼ੱਤਰੀ ਲੋਕ ਸੀ ਉਹ ਰਾਜਾ ਅਤੇ ਸਿਪਾਹੀ ਬਣਦੇ ਸੀਗੇ, ਠੀਕ ਆ, ਅਤੇ ਯੁੱਧ ਜਿਹੜੇ ਸੀ ਉਹਨਾਂ ਵਿੱਚ ਭਾਗ ਲੈਂਦੇ ਸੀ। ਦਾ ਵੈਸ਼ਿਆ ਡਿਡ ਬਿਜਨਸ। ਜਿਹੜੇ ਵੈਸ਼ਿਆ ਸੀ ਉਹ ਕੀ ਸੀਗਾ ਕਿ ਉਹ ਵਪਾਰ ਕਰਦੇ ਸੀਗੇ। ਦਾ ਸ਼ੂਦਰਾਸ ਬਾਰ ਇਲ ਟਰੀਟਡ ਇਨ ਦਾ ਸੁਸਾਇਟੀ। ਵਿੱਚ ਜਿਹੜੇ ਸ਼ੂਦਰ ਸੀਗੇ, ਜਿਹੜੇ ਗਰੀਬ ਲੋਕ ਸੀ ਉਹਨਾਂ ਨੂੰ ਸ਼ੂਦਰ ਕਹਿੰਦੇ ਸੀ, ਅਤੇ ਉਹਨਾਂ ਨਾਲ ਬਹੁਤ ਕੀ ਸੀਗਾ, ਇਲ ਟਰੀਟਡ ਮਤਲਬ ਕਿ ਉਹਨਾਂ ਨਾਲ ਬਹੁਤ ਬੁਰਾ ਵਿਵਹਾਰ ਕੀਤਾ ਜਾਂਦਾ ਸੀ ਉਸ ਟਾਈਮ ਦੇ ਵਿੱਚ। ਹੁਣ ਅੱਗੇ ਜਦੋਂ ਆਪਾਂ ਸਮਾਜ ਬਾਰੇ ਪੜ੍ਹਦੇ ਹਾਂ ਤਾਂ ਆਪਾਂ ਨੂੰ ਇਸਤਰੀਆਂ ਦੀ ਹਾਲਤ ਬਾਰੇ ਪਤਾ ਹੋਣਾ ਬਹੁਤ ਜ਼ਰੂਰੀ ਆ, ਠੀਕ ਹੈ। ਅੱਗੇ ਉਹਨਾਂ ਬਾਰੇ ਡਿਸਕਸ ਕਰਾਂਗੇ। ਵੂਮੈਨ ਬਾਰ ਗਿਵਨ ਸਪੈਸ਼ਲ ਰਿਸਪੈਕਟ ਇਨ ਦਾ ਸੁਸਾਇਟੀ ਡਿਊਰਿੰਗ ਦਾ ਅਰਲੀ ਮੈਡੀਵਲ ਪੀਰੀਅਡ ਲਾਈਕ ਨਾਓ ਆ ਡੇਜ਼। ਕਹਿੰਦੇ ਮੱਧਕਾਲੀਨ ਕਾਲ ਦੇ ਦੌਰਾਨ ਜਿਹੜਾ ਕੀ ਸੀਗਾ
ਕਿ ਅੱਜ ਕੱਲ੍ਹ ਦੇ ਸਮੇਂ ਦੌਰਾਨ ਹੀ ਜਿਹੜੀਆਂ ਇਸਤਰੀਆਂ ਸੀ ਉਹਨਾਂ ਦਾ ਜਿਹੜਾ ਸਮਾਜ ਵਿੱਚ ਖਾਸ ਜਿਹੜਾ ਸੀ ਸਤਿਕਾਰ ਮਿਲਦਾ ਸੀਗਾ, ਉਹਨਾਂ ਨੂੰ ਦਿੱਤਾ ਜਾਂਦਾ ਸੀ। ਦੇ ਵਰ ਗਿਵਨ ਹਾਈ ਐਜੂਕੇਸ਼ਨ, ਉਹ ਉੱਚੀ ਸਿੱਖਿਆ ਜਿਹੜੀ ਸੀਗੀ ਸਿੱਖਿਆ ਸੀਗੀ ਹੈ ਨਾ ਉਹ ਪ੍ਰਾਪਤ ਕਰਦੀਆਂ ਸੀ। ਦੇ ਟੁੱਕ ਪਾਰਟ ਇਨ ਦਾ ਸੋਸ਼ਲ ਐਂਡ ਰਿਲੀਜੀਅਸ ਸੈਰੇਮਨੀਜ਼, ਇਹ ਤੋਂ ਬਿਨਾਂ ਕੀ ਸੀਗਾ ਕਿ ਉਹ ਸਮਾਜਿਕ ਅਤੇ ਧਾਰਮਿਕ ਜਿਹੜੇ ਵੀ ਮਤਲਬ ਆਪਾਂ ਕਹਿ ਦਈਏ ਹੈ ਨਾ ਕੰਮ ਹੁੰਦੇ ਸੀ ਜਾਂ ਰਸਮਾਂ ਹੁੰਦੀਆਂ ਸੀ ਸੈਰਾਮੋਨੀਜ਼, ਉਹਨਾਂ ਵਿੱਚ ਭਾਗ ਲੈਂਦੀਆਂ ਸੀ। ਦੇ ਹੈਡ ਫਰੀਡਮ ਟੂ ਚੂਜ਼ ਦੇਅਰ ਹਸਬੈਂਡ, ਅਤੇ ਉਹਨਾਂ ਨੂੰ ਆਪਣਾ ਪਤੀ ਚੁਣਨ ਦੀ ਆਜ਼ਾਦੀ ਹੁੰਦੀ ਸੀਗੀ। ਅੱਗੇ ਦੇਖਦੇ ਹਾਂ ਹੁਣ ਕਿ ਰਿਲੀਜਨ ਜਿਹੜਾ ਉਹਨਾਂ ਦਾ ਧਰਮ ਕਿੱਦਾਂ ਦਾ ਸੀ। ਵੈਸੇ ਤਾਂ ਆਪਾਂ ਉੱਪਰ ਪੜ੍ਹਿਆ ਹੀ ਹੈ ਕਿ ਸਾਰੇ ਧਰਮਾਂ ਨੂੰ ਸਰਪ੍ਰਸਤੀ ਦਿੰਦੇ ਸੀ। ਜੈਨਿਜ਼ਮ, ਬੁੱਧਿਜ਼ਮ ਐਂਡ ਹਿੰਦੂਇਜ਼ਮ ਵਰ ਦਾ ਮੇਨ ਰਿਲੀਜਨਸ ਦੈਟ ਫਲੋਰਿਸ਼ਡ ਡਿਊਰਿੰਗ ਦਾ ਅਰਲੀ ਮੈਡੀਵਲ ਪੀਰੀਅਡ ਦੇ ਵਿੱਚ ਜਿਹੜੇ ਧਰਮ ਸੀਗੇ ਚਾਰੇ ਫੈਲੇ ਹੋਏ ਸੀ। ਬਟ ਦਾ ਰਾਜਪੂਤ ਵਰ ਫੋਲੋਅਰਸ ਆਫ ਹਿੰਦੂਇਜ਼ਮ, ਪਰ ਜਿਹੜੇ ਰਾਜਪੂਤ ਸੀ ਉਹ ਕਿਹੜੇ ਧਰਮ ਨੂੰ ਮੰਨਦੇ ਸੀ? ਹਿੰਦੂ ਧਰਮ ਨੂੰ। ਸੋ ਦਿਸ ਰਿਲੀਜਨ ਮੇਡ ਗ੍ਰੇਟ ਪ੍ਰੋਗਰੈਸ ਅੰਡਰ ਦੈਮ, ਅਤੇ ਉਹਨਾਂ ਦੇ ਰਾਜ ਦੇ ਅੰਡਰ ਜਿਹੜਾ ਹਿੰਦੂ ਧਰਮ ਉਹਨੇ ਬਹੁਤ ਜ਼ਿਆਦਾ ਤਰੱਕੀ ਕੀਤੀ। ਦਾ ਸ਼ਿਵਾ ਐਂਡ ਦਾ ਸ਼ੈਵ ਐਂਡ ਵੈਸ਼ਨਵ ਸੈਕਟ ਵਰ ਪਾਪੂਲਰ ਇਨ ਨਾਰਥ ਇੰਡੀਆ ਇਨ ਦਿਸ ਟਾਈਮ, ਇਸ ਟਾਈਮ ਵਿੱਚ ਕੀ ਸੀਗਾ ਕਿ ਸ਼ੈਵ ਮਤ ਅਤੇ ਵੈਸ਼ਨਵ ਮਤ ਨਾਰਥ ਇੰਡੀਆ ਵਿੱਚ ਫੇਮਸ ਹੋਏ ਹੋਏ ਸੀਗੇ। ਦਾ ਪੀਪਲ ਵਰਸ਼ਿਪਡ, ਜਿਹੜੇ ਲੋਕ ਸੀ ਪੂਜਾ ਕਿਹਦੀ ਕਰਦੇ ਸੀ ਫਿਰ? ਵਿਸ਼ਨੂੰ ਦੀ, ਸ਼ਿਵਾ ਦੀ ਐਂਡ ਸ਼ਕਤੀ ਦੀ ਪੂਜਾ ਕਰਦੇ ਸੀ। ਦੇ ਆਲਸੋ ਵਰਸ਼ਿਪਡ ਆਫ 10 ਇਨਕ੍ਰੀਏਸ਼ਨਸ ਆਫ ਵਿਸ਼ਨੂੰ, ਅਤੇ ਨਾਲ ਹੀ ਨਾਲੋਂ ਕੀ ਸੀਗਾ ਕਿ ਵਿਸ਼ਨੂੰ ਦੇ 10 ਅਵਤਾਰ ਜਿਹੜੇ ਸੀ ਉਹਨਾਂ ਦੀ ਵੀ ਪੂਜਾ ਕਰਦੇ ਸੀ। ਅੱਗੇ ਹੈ ਦਾ ਭਗਤੀ ਮੂਵਮੈਂਟ ਪਾਪੂਲਰਾਈਜ਼ਡ ਇਨ ਦਾ ਬੋਥ ਨਾਰਥਰਨ ਐਂਡ ਸਾਊਥਰਨ ਪਾਰਟਸ ਆਫ ਇੰਡੀਆ ਡਿਊਰਿੰਗ ਦਾ ਮੈਡੀਵਲ ਪੀਰੀਅਡ। ਦੇਖੋ ਕੀ ਕਹਿੰਦੇ ਮੈਡੀਵਲ ਪੀਰੀਅਡ ਵਿੱਚ ਕੀ ਹੋਇਆ ਕਿ ਜਿਹੜਾ ਨਾਰਥਰਨ ਉੱਤਰੀ ਐਂਡ ਸਾਊਥਰਨ ਦੱਖਣੀ ਭਾਰਤ ਸੀ ਦੋਨਾਂ ਦੇ ਵਿੱਚ ਜਿਹੜੀ ਸੀ ਕਿਹੜੀ ਧਾਰਾ ਚੱਲ ਪਈ ਸੀ? ਭਗਤੀ ਲਹਿਰ ਜਿਹੜੀ ਸੀ ਸਟਾਰਟ ਹੋਈ ਸੀ। ਕਦੋਂ? ਮੱਧਕਾਲੀਨ ਯੁੱਗ ਦੇ ਵਿੱਚ। ਅੱਗੇ ਦੇਖਦੇ ਹਾਂ ਕਿ ਕਿਹਨਾਂ ਨੇ ਸਟਾਰਟ ਕਰੀ ਸੀ। ਸ਼੍ਰੀ ਗੁਰੂ ਨਾਨਕ ਦੇਵ ਜੀ, ਰਾਮਾਨੁਜਾ ਐਂਡ ਮਾਧਵਾ ਐਕਸਟਰਾ ਜਿਹੜੇ ਸੀਗੇ ਇਹ ਭਗਤੀ ਲਹਿਰ ਦੇ ਸੰਤ ਸੀਗੇ। ਲੇਡ ਸਟ੍ਰੈਸ ਔਨ ਭਗਤੀ ਔਰ ਕੰਪਲੀਟ ਡੈਵੋਏਸ਼ਨ ਟੂ ਗੋਡ, ਜਿਹੜੇ ਇਹ ਸੀਗੇ ਤਿੰਨ ਜਿਹੜੇ ਮਹਾਨ ਆਪਾਂ ਕਹਿ ਰਹੇ ਜਿਵੇਂ ਗੁਰੂ ਨਾਨਕ ਦੇਵ ਜੀ, ਰਾਮਾਨੰਦ ਜੀ, ਠੀਕ ਆ, ਮਾਧਵ, ਇਹ ਸੀਗੇ ਕਿ ਈਸ਼ਵਰ ਦੀ ਭਗਤੀ 'ਤੇ ਜ਼ੋਰ ਦਿੰਦੇ ਸੀਗੇ ਲੋਕਾਂ ਨੂੰ। ਅੱਗੇ ਦੇਖਦੇ ਹਾਂ। ਦੇ ਪ੍ਰੀਚਡ ਦੈਟ ਲਵਿੰਗ ਗੋਡ ਵਿਦ ਦਾ ਪਿਓਰ ਹਾਰਟ ਵਾਜ਼ ਦਾ ਓਨਲੀ ਮੀਨਸ ਆਫ ਅਟੇਨਿੰਗ ਸੈਲੋਵੇਸ਼ਨ, ਉਹਨਾਂ ਨੇ ਲੋਕਾਂ ਨੂੰ ਸਿੱਖਿਆ ਦਿੱਤੀ ਕਿ ਪਰਮਾਤਮਾ ਵਾ ਜਿਹੜਾ ਜਦੋਂ ਉਹਦੀ ਸਾਫ਼ ਦਿਲ ਨਾਲ ਪੂਜਾ ਕਰਦੇ ਆ ਤਾਂ ਆਪਾਂ ਨੂੰ ਕੀ ਮਿਲਦਾ ਵਾ? ਮੁਕਤੀ ਮਿਲਦੀ ਆ। ਦੇ ਵਰ ਆਲਸੋ ਅਗੇਂਸਟ ਕਾਸਟ ਐਂਡ ਕਲਾਸ ਡਿਸਟਰੈਕਸ਼ਨਸ, ਉਹ ਕੀ ਸੀਗਾ ਕਿ ਜਿਹੜੇ ਵੀ ਮਤਲਬ ਜਾਤੀਆਂ ਦੇ ਨਾਲ ਇੱਕ ਦੂਜੇ ਨਾਲ ਡਿਸਕ੍ਰਿਮੀਨੇਸ਼ਨ ਕੀਤਾ ਜਾਂਦਾ ਸੀ, ਕਾਸਟ ਸਿਸਟਮ ਸੀ ਜਾਂ ਵਰਗ ਵਿਵਸਥਾ ਜਿਹੜੀ ਸੀ ਉਹਦੇ ਖਿਲਾਫ ਸੀਗੇ। ਦੇ ਕਾਮਨ ਪੀਪਲ ਵਰ ਇਨਫਲੂਐਂਸਡ ਬਾਏ ਦੇਅਰ ਟੀਚਿੰਗਸ, ਜਿਹੜੇ ਆਮ ਲੋਕ ਸੀਗੇ ਉਹਨਾਂ ਦੀਆਂ ਜਿਹੜੀਆਂ ਸਿੱਖਿਆਵਾਂ ਸੀ ਉਹਨਾਂ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦੇ ਸੀਗੇ। ਹਾਂਜੀ, ਉਹਨਾਂ ਦੀ ਸਮਾਜਿਕ, ਧਾਰਮਿਕ ਅਤੇ ਇਸਤਰੀਆਂ ਦਸ਼ਾ ਪੜ੍ਹਨ ਤੋਂ ਬਾਅਦ ਆਪਾਂ ਹੁਣ ਦੇਖਦੇ ਹਾਂ ਅੱਗੇ ਇਕੋਨਮੀ, ਕਿ ਉਹਨਾਂ ਦੀ ਜਿਹੜੀ ਅਰਥ ਵਿਵਸਥਾ ਸੀ, ਆਰਥਿਕ ਦਸ਼ਾ ਕਿਹੋ ਜਿਹੀ ਸੀਗੀ। ਐਗਰੀਕਲਚਰ ਵਾਜ਼ ਦਾ ਮੇਨ ਓਕੂਪੇਸ਼ਨ ਆਫ ਪੀਪਲ ਇਨ ਦਾ ਮੈਡੀਵਲ ਪੀਰੀਅਡ, ਕਿ ਮੱਧਕਾਲੀਨ ਯੁੱਗ ਦੇ ਲੋਕਾਂ ਦਾ ਜਿਹੜਾ ਮੁੱਖ ਕਿੱਤਾ ਸੀ ਉਹ ਕੀ ਸੀਗਾ? ਖੇਤੀਬਾੜੀ ਸੀ। ਟਰੇਡ ਐਂਡ ਕਮਰਸ ਫਲੋਰਿਸਟ ਡਿਊਰਿੰਗ ਦਿਸ ਪੀਰੀਅਡ, ਅਤੇ ਇਸ ਸਮੇਂ ਦੌਰਾਨ ਹੀ ਕੀ ਸੀਗਾ? ਭਾਰਤੀ ਵਪਾਰ ਅਤੇ ਵਣਜ ਜਿਹੜਾ ਸੀ ਉਹਦਾ ਵੀ ਵਿਕਾਸ ਹੋਣ ਲੱਗ ਗਿਆ ਸੀਗਾ। ਇੰਡੀਆ ਐਕਸਪੋਰਟਡ ਪ੍ਰੈਸ਼ੀਅਸ ਸਟੋਨਸ, ਸਪਾਈਸਸ, ਸਿਲਕ, ਵੂਲਨ ਐਂਡ ਕਾਟਨ ਕਲੋਥ, ਠੀਕ ਹੈ, ਸੈਂਡਲਵੁੱਡ, ਵੈਜੀਟੇਬਲਸ, ਕੋਕੋਨਟਸ, ਜਿਹੜਾ ਇੰਡੀਆ ਸੀਗਾ ਉਹ ਬਾਹਰਲੇ ਦੇਸ਼ਾਂ ਨੂੰ ਕਿਹੜੀਆਂ ਚੀਜ਼ਾਂ ਭੇਜਣ ਲੱਗ ਗਿਆ ਸੀਗਾ? ਸਭ ਤੋਂ ਪਹਿਲਾਂ ਆ ਗਿਆ ਕੀਤਾ ਹੋਇਆ ਆਪਾਂ ਨੂੰ ਕੀਮਤੀ ਪੱਥਰ ਆ ਗਏ, ਠੀਕ ਹੈ, ਮਸਾਲੇ ਆ ਗਏ, ਸਿਲਕ, ਊਨੀ ਅਤੇ ਸੂਤੀ ਕੱਪੜੇ ਆ ਗਏ, ਚੰਦਨ ਦੀ ਲੱਕੜੀ ਆ ਗਈ ਹੈ, ਵੈਜੀਟੇਬਲ ਸਬਜ਼ੀਆਂ ਆ ਗਈਆਂ ਆਪਣੀਆਂ ਨਾ, ਨਾਰੀਅਲ ਵਗੈਰਾ ਆ ਗਏ। ਇਹ ਸਾਰੀਆਂ ਚੀਜ਼ਾਂ ਕੀ ਸੀ? ਬਾਹਰਲੇ ਦੇਸ਼ਾਂ ਨੂੰ ਭੇਜਦੇ ਸੀ। ਵਾਈਲ ਇੰਡੀਆ ਇੰਪੋਰਟੈਂਟ ਡੇਟਸ, ਵਾਈਨ, ਹੌਰਸ ਐਕਸਟਰਾ ਫਰੋਮ ਸੈਂਟਰਲ ਐਂਡ ਵੈਸਟਰਨ ਏਸ਼ੀਆ, ਦੇ ਵਿੱਚੋਂ ਇੰਡੀਆ ਇਹਨਾਂ ਚੀਜ਼ਾਂ ਨੂੰ ਭੇਜਣ ਦੇ ਬਦਲੇ ਕੀ ਮੰਗਵਾਉਂਦਾ ਸੀਗਾ? ਉਹ ਮੰਗਵਾਉਂਦਾ ਸੀਗਾ ਉਹਨਾਂ ਤੋਂ ਖਜੂਰਾਂ, ਸ਼ਰਾਬ, ਘੋੜੇ, ਇਹ ਚੀਜ਼ਾਂ ਜਿਹੜਾ ਸੀ ਇੰਡੀਆ ਸਾਊਥ ਏਸ਼ੀਆ ਤੋਂ ਮੰਗਵਾਉਂਦਾ ਸੀ, ਵੈਸਟਰਨ ਏਸ਼ੀਆ ਤੋਂ ਮੰਗਵਾਉਂਦਾ ਸੀ। ਅੱਗੇ ਦੇਖਦੇ ਹਾਂ ਸਟਰਗਲ ਫॉर ਕਨੌਜ, ਕਿ ਹੁਣ ਕਨੌਜ ਦੇ ਲਈ ਜਿਹੜਾ ਸੰਘਰਸ਼ ਹੋਇਆ ਵਾ।
ਕਨੌਜ ਵਾਜ ਦਾ ਕੈਪੀਟਲ ਆਫ ਕਿੰਗ ਹਰਸ਼ਵਰਧਨਾ। ਕਨੌਜ ਕਿਹਦੀ ਰਾਜਧਾਨੀ ਸੀ? ਹਰਸ਼ਵਰਧਨ ਦੀ ਰਾਜਧਾਨੀ ਸੀ। ਇਹ ਇੰਪੋਰਟੈਂਟ ਫੈਕਟ ਆ। ਇਟਸ ਜੀਓਗ੍ਰਾਫੀਕਲ ਲੋਕੇਸ਼ਨ ਵਾਜ ਸੱਚ ਦੈਟ ਹੂਐਵਰ ਹੈਲਡ ਕਨੌਜ ਕੁੱਡ ਕੰਟਰੋਲ ਦਾ ਗੰਗਾ ਵੈਲੀ, ਕਿ ਉਹਦੀ ਜਿਹੜੀ ਭੂਗੋਲਿਕ ਸਥਿਤੀ ਸੀ ਉਹ ਇਸ ਤਰ੍ਹਾਂ ਦੀ ਸੀ ਵੀ ਜਿਹੜਾ ਵੀ ਪਰਸਨ ਕਨੌਜ ਉੱਤੇ ਅਧਿਕਾਰ ਕਰੂਗਾ ਉਹਦਾ ਗੰਗਾ ਦੀ ਜਿਹੜੀ ਵਾਦੀ ਆ ਉਹਦੇ ਉੱਪਰ ਵੀ ਕਬਜ਼ਾ ਹੋ ਸਕਦਾ ਸੀ। ਠੀਕ ਹੈ। ਦਾ ਡਿਜ਼ਾਇਰ ਟੂ ਕੰਟਰੋਲ ਦਾ ਕਨੌਜ ਐਂਡ ਗੰਗਾ ਵੈਲੀ ਰਿਜ਼ਲਟਡ ਇਨ ਅ ਸਟਰਗਲ ਬਿਟਵੀਨ ਦਾ 3 ਪਾਵਰਸ। ਕਹਿੰਦੇ ਜਿਹੜੀ ਗੰਗਾ ਵੈਲੀ 'ਤੇ ਹੈ ਨਾ, ਮਤਲਬ ਆਪਾਂ ਕਰੀਏ ਕਬਜ਼ਾ ਕਰਨ ਦੀ ਜਿਹੜੀ ਸੀ ਇੱਛਾ ਸੀਗੀ ਤਿੰਨਾਂ ਰਾਜਿਆਂ ਦੇ ਵਿੱਚ, ਤਾਂ ਉਹ ਕਿਹੜਾ ਕਾਰਨ ਬਣੀ? ਉਹ ਇੱਕ ਸਟਰਗਲ ਦਾ, ਇੱਕ ਯੁੱਧ ਦਾ ਕਾਰਨ ਬਣੀ। ਕਿਹੜੀਆਂ 3 ਸ਼ਕਤੀਆਂ ਦੇ ਵਿੱਚ? ਪਾਲਾ, ਗੁਰਜਰ ਪ੍ਰਤਿਹਾਰਾਸ ਐਂਡ ਰਾਸ਼ਟਰਕੂਟਾ। ਇਹਨਾਂ ਜਿਹੜੀਆਂ 3 ਸ਼ਕਤੀਆਂ ਜਿਹੜੀਆਂ ਸੀਗੀਆਂ ਇਹਨਾਂ ਨੇ ਕਨੌਜ ਨੂੰ ਲੈ ਕੇ ਸੰਘਰਸ਼ ਸ਼ੁਰੂ ਹੋ ਗਿਆ ਸੀ ਇਹਨਾਂ ਦੇ ਵਿੱਚ। ਦਿਸ ਸਟਰਗਲ ਕੰਟੀਨਿਊਡ ਫੋਰ ਅਬਾਊਟ 2 ਸੈਂਚਰੀਜ਼, ਜਿਹੜਾ ਕਿ ਸੀਗਾ ਕਿ 200 ਸਾਲਾਂ ਤੱਕ ਚੱਲਦਾ ਰਿਹਾ ਸੀਗਾ, 2 ਸਦੀਆਂ ਤੱਕ ਆਪਾਂ ਜਿਵੇਂ ਕਹਿ ਦਈਏ। ਸੋ ਦਾ ਹਿਸਟੋਰੀਅਨਸ ਹੈਵ ਕਾਲਡ ਇਟ ਟ੍ਰਿਪਲ ਸਟਰਗਲ, ਅਤੇ ਜਿਹੜੇ ਇਤਿਹਾਸਕਾਰ ਹੈ ਇਹਨੂੰ ਟ੍ਰਿਪਲ ਸਟਰਗਲ ਦੇ ਨਾਮ ਨਾਲ, ਤ੍ਰੈਪੱਖੀ ਸੰਘਰਸ਼ ਆ ਜਿਹੜਾ ਉਹਦੇ ਨਾਮ ਨਾਲ ਜਾਣਦੇ ਆ। ਠੀਕ ਆ, ਕਈ ਵਾਰ ਕੁਐਸਚਨ ਪੁੱਛ ਲਿਆ ਜਾਂਦਾ ਕਿ ਤ੍ਰੈਪੱਖੀ ਸੰਘਰਸ਼ ਆ ਕਿਹੜੀਆਂ ਸ਼ਕਤੀਆਂ ਵਿਚਕਾਰ ਹੋਇਆ? ਉਹ ਕਨੌਜ ਨੂੰ ਲੈ ਕੇ ਪਾਲਾ, ਗੁਰਜਰ ਪ੍ਰਤਿਹਾਰਾ ਐਂਡ ਰਾਸ਼ਟਰਕੂਟਾਂ ਦੇ ਵਿੱਚ ਜਿਹੜਾ ਸੀ ਹੋਇਆ ਸੀ, ਅਤੇ 200 ਸਾਲਾਂ ਤੱਕ ਚੱਲਦਾ ਰਿਹਾ ਸੀ। ਦਿਸ ਸਟਰਗਲ ਫॉर ਕਨੌਜ ਇਕਨੋਮਿਕਲੀ ਵੀਕਡ ਆਲ ਦਾ 3 ਡਾਇਨੈਸਟੀਜ਼, ਜਿਹੜਾ ਇਹ ਸਟਰਗਲ ਇਹਨਾਂ ਤਿੰਨਾਂ ਵਿੱਚ ਚੱਲਦਾ ਰਿਹਾ ਇੰਨੇ ਸਮੇਂ ਤੱਕ, ਤਾਂ ਆਰਥਿਕ ਤੌਰ 'ਤੇ ਇਹ ਜਿਹੜੀਆਂ ਤਿੰਨੋਂ ਸ਼ਕਤੀਆਂ ਸੀ ਕਮਜ਼ੋਰ ਹੋਣ ਲੱਗ ਗਈਆਂ ਸੀ। ਹੁਣ ਦੇਖਦੇ ਹਾਂ ਅਗਲੀ ਡਾਇਨੈਸਟੀ ਦਾ ਚੌਹਾਨ ਵੰਸ਼ ਦੇ ਜਿਹੜੇ ਰਾਜੇ ਸੀ ਉਹਨਾਂ ਬਾਰੇ ਪੜ੍ਹਦੇ ਹਾਂ। ਦਾ ਚੌਹਾਨਸ ਰੂਲਰ ਆਫ ਚਾਮਾਨ ਡਾਇਨੈਸਟੀ ਵਰ ਆਲਸੋ ਇਨਵੋਲਵਡ ਵਿਦ ਦਾ ਅਦਰ ਰੂਲਰਸ ਹੂ ਫੌਟ ਦਾ ਵਾਰ। ਕਹਿੰਦੇ ਯੁੱਧ ਕਰਨ ਵਾਲੇ ਰਾਜਿਆਂ ਦੇ ਵਿੱਚ ਜਿਹੜੇ ਚਾਹਮਾਨ ਸੀਗੇ ਉਹ ਵੀ ਸ਼ਾਮਿਲ ਸੀਗੇ, ਜੋ ਬਾਅਦ ਵਿੱਚ ਕੀ ਸੀਗੇ ਚੌਹਾਨ ਦੇ ਨਾਮ ਨਾਲ ਅੱਗੇ ਕੀਤਾ ਹੋਇਆ। ਲੇਟਰ ਦੇ ਬਿਕੇਮ ਫੇਮਸ ਐਜ ਚੌਹਾਨ ਦੇ ਨਾਮ ਨਾਲ ਜਿਹੜੇ ਸੀ ਅੱਗੇ ਫੇਮਸ ਹੋਏ ਸੀ। ਦੇ ਰੂਲਡ ਓਵਰ ਦਾ ਟੈਰੀਟਰੀਜ਼ ਅਰਾਊਂਡ ਦਿੱਲੀ ਐਂਡ ਅਜਮੇਰ, ਉਹ ਦਿੱਲੀ ਅਤੇ ਅਜਮੇਰ ਦੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਰਾਜ ਕਰਦੇ ਸੀ। ਦੇ ਵਾਂਟਡ ਟੂ ਐਕਸਪੈਂਡ ਦੇਅਰ ਕਿੰਗਡਮ ਇਨ ਦਾ ਈਸਟ ਐਂਡ ਵੈਸਟ, ਉਹ ਕੀ ਸੀਗਾ ਕਿ ਪੱਛਮ ਅਤੇ ਪੂਰਬ ਵਾਲੀ ਦਿਸ਼ਾ ਦੇ ਸਾਈਡ ਆਪਣੇ ਜਿਹੜੇ ਸੀਗੇ ਰਾਜ ਉਹਨਾਂ ਦਾ ਵਿਸਥਾਰ ਕਰਨਾ ਚਾਹੁੰਦੇ ਸੀ। ਦੇਅਰ ਫॉर ਦੇ ਫੌਟ ਆ ਬਾਰ ਅਗੇਂਸਟ ਦਾ ਚਾਲਕੂਆਸ, ਤਾਂ ਕਰਕੇ ਉਹਨੇ ਕੀ ਸੀ ਕਿ ਚਾਲਕੂਆਂ ਨਾਲ ਯੁੱਧ ਕੀਤੇ ਸੀ। ਅੱਗੇ ਦੇਖਦੇ ਹਾਂ। ਹਾਂਜੀ, ਇਹ ਜਿਹੜੀ ਹੈਗੀ ਆ ਪਿਕਚਰ ਦਿੱਤੀ ਹੋਈ ਆਪਾਂ ਨੂੰ ਫੇਮਸ ਜਿਹੜਾ ਹੈਗਾ ਚੌਹਾਨ ਵੰਸ਼ ਦਾ ਰਾਜਾ ਪ੍ਰਿਥਵੀ ਰਾਜ ਚੌਹਾਨ। ਅੱਗੇ ਆਪਾਂ ਇਹਦੇ ਬਾਰੇ ਪੜ੍ਹ ਰਹੇ ਹਾਂ। ਪ੍ਰਿਥਵੀ ਰਾਜ ਚੌਹਾਨ ਵਾਜ ਦਾ ਫੇਮਸ ਪਾਵਰਫੁਲ ਰੂਲਰ ਆਫ ਦਿਸ ਡਾਇਨੈਸਟੀ, ਚੌਹਾਨ ਡਾਇਨੈਸਟੀ ਦਾ ਸਭ ਤੋਂ ਫੇਮਸ ਸ਼ਕਤੀਸ਼ਾਲੀ ਰਾਜਾ ਕਿਹੜਾ ਸੀਗਾ? ਉਹ ਸੀਗਾ ਪ੍ਰਿਥਵੀ ਰਾਜ ਚੌਹਾਨ। ਹੀ ਰੂਲਡ ਫਰੋਮ AD 1179 ਟੂ 1192, ਅਤੇ ਉਹਨੇ 1179 ਤੋਂ ਲੈ ਕੇ 1192 ਈਸਵੀ ਤੱਕ ਜਿਹੜਾ ਸੀ ਰਾਜ ਕੀਤਾ ਸੀ। ਹੀ ਡਿਫੀਟਡ ਮੁਹੰਮਦ ਗੌਰੀ ਇਨ ਦਾ ਫਸਟ ਬੈਟਲ ਆਫ ਤਰਾਇਨ ਇਨ AD 1191, ਉਹਨੇ 1191 ਈਸਵੀ ਵਿੱਚ ਜਿਹੜਾ ਤਰਾਇਨ ਦਾ ਪਹਿਲਾ ਯੁੱਧ ਹੋਇਆ ਸੀ। ਇਹ ਇੰਪੋਰਟੈਂਟ ਆ, ਐਗਜ਼ਾਮ ਵਿੱਚ ਹਮੇਸ਼ਾ ਪੁੱਛ ਲਿਆ ਜਾਂਦਾ। ਸਾਰੇ ਜਿਹੜਾ ਪੈਸੇਜ ਆ ਬਹੁਤ ਇੰਪੋਰਟੈਂਟ ਆ ਐਗਜ਼ਾਮ ਦੇ ਪੁਆਇੰਟ ਆਫ ਵਿਊ ਤੋਂ। 1191 ਵਿੱਚ ਜਿਹੜਾ ਤਰਾਇਨ ਦਾ ਯੁੱਧ ਹੋਇਆ ਸੀ ਉਹਦੇ ਵਿੱਚ ਜਿਹੜਾ ਸੀ ਪ੍ਰਿਥਵੀ ਰਾਜ ਚੌਹਾਨ ਸੀ ਉਹਨੇ ਮੁਹੰਮਦ ਗੌਰੀ ਨੂੰ ਹਰਾਇਆ ਸੀ। ਦੈਨ ਉਹ ਤੋਂ 1 ਸਾਲ ਬਾਅਦ 1192 ਈਸਵੀ ਵਿੱਚ ਜਿਹੜਾ ਸੀ ਤਰਾਇਨ ਦਾ ਦੂਜਾ ਜਿਹੜਾ ਸੀਗਾ ਸੈਕਿੰਡ ਵਾਰ ਹੋਇਆ ਸੀ। ਹੀ ਵਾਜ ਡਿਫੀਟਡ ਐਂਡ ਕਿਲਡ ਬਾਏ ਮੁਹੰਮਦ ਗੌਰੀ, ਉਹਦੇ ਵਿੱਚ ਜਿਹੜਾ ਸੀ ਪ੍ਰਿਥਵੀ ਰਾਜ ਚੌਹਾਨ ਮੁਹੰਮਦ ਗੌਰੀ ਤੋਂ ਹਾਰ ਗਿਆ ਸੀ ਅਤੇ ਮੁਹੰਮਦ ਗੌਰੀ ਨੇ ਉਹਨੂੰ ਮਾਰ ਦਿੱਤਾ ਸੀ। ਕਿਹੜੇ ਯੁੱਧ ਦੇ ਵਿੱਚ? ਦਾ ਸੈਕਿੰਡ ਬੈਟਲ ਆਫ ਤਰਾਇਨ ਦੇ ਵਿੱਚ। ਅੱਗੇ ਹੈ ਦਾ ਰਾਜਪੂਤ। ਹੁਣ ਆਪਾਂ ਰਾਜਪੂਤਾਂ ਬਾਰੇ ਪੜ੍ਹਨਾ ਹੈ ਅੱਗੇ। ਆਫਟਰ ਦਾ ਡੈਥ ਆਫ ਕਿੰਗ ਹਰਸ਼ਵਰਧਨਾ ਦਾ ਕੰਟਰੀ ਵਾਜ ਡਿਵਾਈਡਡ ਇੰਟੂ ਮੈਨੀ ਬਿਗ ਐਂਡ ਸਮੋਲ ਸਟੇਟਸ। ਕਹਿੰਦੇ ਜਦੋਂ ਹਰਸ਼ਵਰਧਨ ਰਾਜੇ ਦੀ ਜਿਹੜੀ ਸੀ ਮੌਤ ਹੋ ਗਈ ਸੀ ਤਾਂ ਉਹ ਤੋਂ ਬਾਅਦ ਜਿਹੜਾ ਉਹਦਾ ਰਾਜ ਸੀ ਉਹ ਬਹੁਤ ਛੋਟੇ ਛੋਟੇ ਭਾਗਾਂ ਵਿੱਚ ਵੰਡਿਆ ਗਿਆ ਸੀ। ਮੋਸਟ ਆਫ ਦੀਜ ਸਟੇਟਸ ਵਾਰ ਰੂਲਡ ਓਵਰ ਬਾਏ ਦਾ ਰਾਜਪੂਤ, ਅਤੇ ਉਹਨਾਂ ਤੋਂ ਜ਼ਿਆਦਾਤਰ ਜਿਹੜੀਆਂ ਸਟੇਟਾਂ ਸੀ ਉਹਨਾਂ ਉੱਪਰ ਰਾਜਪੂਤ ਰਾਜੇ ਜਿਹੜੇ ਸੀਗੇ ਉਹੀ ਰਾਜ ਕਰਦੇ ਸੀਗੇ। ਜਦੋਂ ਰਾਜ ਕਰਦੇ ਸੀ ਤਾਂ ਅੱਗੇ ਕੀ ਕੀਤਾ ਉਹਨਾਂ ਨੇ? ਦੇ ਵਾਰ ਫਾਈਟਿੰਗ ਵਿਦ ਈਚ ਅਦਰ, ਅਤੇ ਉਹ ਹਮੇਸ਼ਾ ਕੀ ਸੀਗਾ ਕਿ ਇੱਕ ਦੂਜੇ ਨਾਲ ਲੜਦੇ ਰਹਿੰਦੇ ਸੀ। ਸੋ ਅ ਲਾਰਜ ਨੰਬਰ ਆਫ ਸਟੇਟਸ ਵਰ ਬੀਂਗ ਫੋਰਮਡ, ਡਿਸਪੋਲਵਡ ਐਂਡ
ਫੋਰਮਡ ਅਗੇਨ, ਅਤੇ ਬਹੁਤ ਸਾਰੇ ਕਹਿੰਦੇ ਗਿਣਤੀ ਵਿੱਚ ਰਾਜ ਜਿਹੜੇ ਸੀ ਉਹ ਹੋਂਦ ਵਿੱਚ ਆਉਂਦੇ ਸੀ, ਖਤਮ ਹੋ ਜਾਂਦੇ ਸੀ ਅਤੇ ਦੁਬਾਰਾ ਫੇਰ ਸਥਾਪਿਤ ਹੋ ਜਾਂਦੇ ਸੀ। ਮੈਨੀ ਰਾਜਪੂਤ ਸਟੇਟਸ ਬਾਰੇ ਸਟੇਬਲਿਸਡ ਇਨ ਨਾਰਥ ਇੰਡੀਆ ਬਿਟਵੀਨ ਦਾ 18th ਸੈਂਚੁਰੀ ਐਂਡ ਦਾ 13th ਸੈਂਚੁਰੀ। ਤਾਂ ਕਰਕੇ ਕਹਿੰਦਾ 8ਵੀਂ ਤੋਂ ਆਪਾਂ ਕਹਿ ਦਈਏ ਤਾਂ 13ਵੀਂ ਸਦੀ ਦੇ ਵਿਚਕਾਰ ਭਾਰਤ ਵਿੱਚ ਬਹੁਤ ਸਾਰੇ ਰਾਜਪੂਤ ਰਾਜ ਜਿਹੜੇ ਸੀਗੇ ਸਥਾਪਿਤ ਹੋ ਚੁੱਕੇ ਸੀ। ਦੈਟ ਇਜ਼ ਬਾਏ ਦਾ ਪੀਰੀਅਡ ਇਜ਼ ਨੋਨ ਐਜ਼ ਰਾਜਪੂਤ ਪੀਰੀਅਡ। ਇਹ ਇੰਪੋਰਟੈਂਟ ਫੈਕਟ ਆ ਇਹਦੇ ਵਿੱਚੋਂ ਕਿ 8ਵੀਂ ਤੋਂ ਲੈ ਕੇ 13ਵੀਂ ਸਦੀ ਦਾ ਜਿਹੜਾ ਪੀਰੀਅਡ ਆ ਉਹਨੂੰ ਕੀ ਕਿਹਾ ਜਾਂਦਾ ਵਾ, ਰਾਜਪੂਤ ਪੀਰੀਅਡ ਕਿਹਾ ਜਾਂਦਾ। ਕਿਹੜੇ ਸਮੇਂ ਨੂੰ? ਦੇਖੋ 8th ਸੈਂਚੁਰੀ ਐਂਡ ਦਾ 13th ਸੈਂਚੁਰੀ ਦੇ ਸਮੇਂ ਨੂੰ, ਠੀਕ ਹੈ, ਰਾਜਪੂਤ ਪੀਰੀਅਡ ਦੇ ਨਾਮ ਨਾਲ ਜਾਣਿਆ ਜਾਂਦਾ। ਅੱਗੇ ਕੰਟੀਨਿਊ ਕਰਦੇ ਹਾਂ। ਮਹਿਮੂਦ ਗਜ਼ਨਵੀ, ਉਹਨਾਂ ਦੀ ਫੋਟੋ ਵੀ ਦਿੱਤੀ ਹੋਈ ਆਪਾਂ ਨੂੰ। ਮਹਿਮੂਦ ਵਾਜ ਦਾ ਰੂਲਰ ਆਫ ਦਾ ਕਿੰਗਡਮ ਆਫ ਗਜਨੀ ਨਾਓ ਇਨ ਅਫਗਾਨਿਸਤਾਨ। ਜਿਹੜਾ ਮਹਿਮੂਦ ਗਜ਼ਨਵੀ ਆ ਕਹਿੰਦੇ ਉਹ ਗਜਨੀ ਦਾ ਸ਼ਾਸਕ ਸੀ। ਗਜਨੀ ਜਿਹੜਾ ਇਲਾਕਾ ਵਾ ਉਹ ਹੁਣ ਅੱਜ ਕੱਲ੍ਹ ਕਿੱਥੇ ਆ? ਅਫਗਾਨਿਸਤਾਨ ਦੇ ਵਿੱਚ ਆ। ਹੀ ਵਾਂਟਡ ਟੂ ਮੇਕ ਗਜਨੀ ਦਾ ਮੋਸਟ ਪਾਵਰਫੁਲ ਕਿੰਗਡਮ ਇਨ ਦਾ ਰੀਜਨ। ਉਹ ਜਿਹੜਾ ਸੀਗਾ ਕਿ ਗਜਨੀ ਰਾਜ ਨੂੰ ਉਸ ਖੇਤਰ ਦਾ ਇੱਕ ਸ਼ਕਤੀਸ਼ਾਲੀ ਰਾਜ ਬਣਾਉਣਾ ਚਾਹੁੰਦਾ ਸੀ। ਫॉर ਦਿਸ ਹੀ ਵਾਂਟਡ ਅ ਲੋਟ ਆਫ ਮਨੀ ਟੂ ਔਰਗਨਾਈਜ਼ ਅ ਲਾਰਜ ਆਰਮੀ। ਉਹਦੇ ਲਈ ਉਹਨੂੰ ਇੱਕ ਸ਼ਕਤੀਸ਼ਾਲੀ ਸੈਨਾ ਚਾਹੀਦੀ ਸੀਗੀ ਹੈ ਨਾ। ਸੈਨਾ ਦੇ ਲਈ ਉਹਨੂੰ ਕੀ ਚਾਹੀਦਾ ਸੀ ਕਿ ਜ਼ਿਆਦਾ ਪੈਸੇ ਚਾਹੀਦੇ ਸੀ, ਧਨ ਦੌਲਤ ਚਾਹੀਦੀ ਸੀਗੀ ਉਹਨੂੰ। ਦੇਅਰ ਫॉर ਹੀ ਅਟੈਕਡ ਇੰਡੀਆ ਟੂ ਰੇਜ਼ ਮਨੀ 17th ਟਾਈਮਸ ਫਰੋਮ AD 1001 ਟੂ 1025। ਇਸੇ ਕਰਕੇ ਜਿਹੜਾ ਕੀ ਸੀ ਉਹਨੇ ਧਨ ਇਕੱਠਾ ਕਰਨ ਦੇ ਲਈ ਜਿਹੜਾ ਸੀਗਾ ਭਾਰਤ ਉੱਪਰ 17 ਵਾਰ ਹਮਲੇ ਕੀਤੇ ਸੀ 1021 ਤੋਂ ਲੈ ਕੇ 25 ਤੱਕ। ਇਹਦੇ ਵਿੱਚੋਂ ਕਈ ਵਾਰ ਕੁਐਸਚਨ ਪੁੱਛ ਲਿਆ ਜਾਂਦਾ ਕਿ ਜਿਹੜਾ ਸੀਗਾ ਮਹਿਮੂਦ ਗਜ਼ਨਵੀ ਸੀ ਉਹਨੇ ਭਾਰਤ 'ਤੇ ਕਿੰਨੀ ਵਾਰ ਹਮਲੇ ਕੀਤੇ, ਤਾਂ ਉਹਨੇ ਕੀਤੇ ਸੀ 17 ਵਾਰ ਹਮਲੇ। ਅਤੇ ਉਹਨੇ ਕਦੋਂ ਤੋਂ ਕਦੋਂ ਤੱਕ ਕੀਤੇ? 1001 ਤੋਂ ਲੈ ਕੇ 1025 ਈਸਵੀ ਦੇ ਵਿੱਚ ਜਿਹੜੇ ਸੀ ਭਾਰਤ 'ਤੇ ਹਮਲੇ ਕੀਤੇ ਸੀ। ਅੱਗੇ ਦੇਖਦੇ ਹਾਂ। ਮੇਨ ਇਨਵੈਸ਼ਨਸ ਆਫ ਮਹਿਮੂਦ ਗਜ਼ਨਵੀ। ਹੁਣ ਮਹਿਮੂਦ ਗਜ਼ਨਵੀ ਦੇ ਜਿਹੜੇ ਪ੍ਰਮੁੱਖ ਹਮਲੇ ਆ ਉਹਨਾਂ ਬਾਰੇ ਪੜ੍ਹਦੇ ਹਾਂ। ਇਹ ਤਾਂ ਆਪਾਂ ਦੇਖ ਲਈ ਗਿਆ। ਇਨ AD 1001 ਮਹਿਮੂਦ ਅਟੈਕਡ ਜੈਪਾਲ ਦਾ ਰੂਲਰ ਆਫ ਹਿੰਦੂ ਸ਼ਾਹੀ ਡਾਇਨੈਸਟੀ ਇਨ ਪੰਜਾਬ। ਕੀ 1001 ਈਸਵੀ ਵਿੱਚ ਮਹਿਮੂਦ ਗਜ਼ਨਵੀ ਨੇ ਪੰਜਾਬ ਦੇ ਹਿੰਦੂ ਸ਼ਾਹੀ ਰਾਜ ਦੇ ਜਿਹੜੇ ਸ਼ਾਸਕ ਸੀਗੇ ਜੈਪਾਲ ਸ਼ਾਹ ਰਾਜਾ ਸੀਗਾ ਜਿਹੜਾ, ਉਹਦੇ ਉੱਪਰ ਹਮਲਾ ਕੀਤਾ ਸੀਗਾ। ਅੱਗੇ ਦੇਖਦੇ ਹਾਂ। ਅਟੈਕ ਔਨ ਆਨੰਦਪਾਲ 1008 AD। ਫਿਰ ਉਹਨੇ 1008 ਈਸਵੀ ਵਿੱਚ ਜਿਹੜਾ ਆਨੰਦਪਾਲ ਸੀ ਉਹਦੇ ਉੱਪਰ ਹਮਲਾ ਕੀਤਾ ਸੀ। ਆਨੰਦਪਾਲ ਗੌਟ ਟੂਗੈਦਰ ਦਾ ਹਿੰਦੂ ਰੂਲਰ ਆਫ ਉਜੈਨ, ਗਵਾਲੀਅਰ, ਕੈਲਿੰਜਰ, ਕਨੌਜ, ਦਿੱਲੀ ਐਂਡ ਅਜਮੇਰ ਦਾ ਜਿਹੜਾ ਸੀ ਉਹ ਰਾਜਾ ਸੀਗਾ। ਠੀਕ ਹੈ। ਆਨੰਦਪਾਲ ਸ਼ਾਸਕ ਨੇ ਕੀ ਕੀਤਾ ਕਿ ਉਜੈਨ, ਗਵਾਲੀਅਰ, ਕਲਿੰਜਰ, ਦਿੱਲੀ ਅਤੇ ਅਜਮੇਰ ਦੇ ਹਿੰਦੂ ਸ਼ਾਸਕ ਜਿਹੜੇ ਸੀਗੇ ਉਹਨਾਂ ਸਾਰਿਆਂ ਨੂੰ ਆਪਣੇ ਨਾਲ ਮਿਲਾ ਲਿਆ। ਮਹਿਮੂਦ ਗਜ਼ਨਵੀ ਇਨਵੈਡਡ ਦੈਮ ਨੀਅਰ। ਪੇਸ਼ਾਵਰ ਦੇ ਨੇੜੇ ਜਿਹੜਾ ਸੀ ਮਹਿਮੂਦ ਗਜ਼ਨਵੀ ਨੇ ਉਹਨਾਂ ਉੱਪਰ ਹਮਲਾ ਕਰਤਾ ਸੀਗਾ। ਠੀਕ ਹੈ। ਕਦੋਂ ਕੀਤਾ? 1008 ਈਸਵੀ ਦੇ ਵਿੱਚ ਉਹਨਾਂ ਦੇ ਵਿਚਕਾਰ ਫਿਰ ਯੁੱਧ ਹੋਇਆ ਸੀ। ਨੈਕਸਟ ਹੈਗਾ ਅਟੈਕ ਔਨ ਨਗਰਕੋਟ 1009 AD ਦੇ ਵਿੱਚ ਨਗਰਕੋਟ 'ਤੇ ਉਹਨੇ ਹਮਲਾ ਕੀਤਾ ਸੀ। ਮਹਿਮੂਦ ਗਜ਼ਨਵੀ ਇਨਵੇਡਡ ਨਗਰਕੋਟ ਵਿਦ ਦਾ ਹਿਊਜ ਆਰਮੀ ਇਨ 1009 AD। ਇੱਕ ਵੱਡੀ ਸੈਨਾ ਦੇ ਨਾਲ ਕਹਿੰਦੇ ਸੀਗਾ ਉਹਨੇ ਕਿ ਨਗਰਕੋਟ ਉੱਪਰ ਹਮਲਾ ਕਰਤਾ ਸੀ 1009 ਈਸਵੀ ਵਿੱਚ। ਅਗਲਾ ਜਿਹੜਾ ਉਹਦਾ ਹਮਲਾ ਸੀ ਅਟੈਕ ਔਨ ਥਾਨੇਸਰ, ਇਹ ਉਹਨੇ ਕੀਤਾ 1014 ਈਸਵੀ ਦੇ ਵਿੱਚ। ਮਹਿਮੂਦ ਗਜ਼ਨਵੀ ਹੈਡ ਇਨਵੇਡਡ ਥਾਨੇਸਰ ਇਨ 1014 AD। 1014 ਵਿੱਚ ਉਹਨੇ ਕੀ ਸੀਗਾ? ਥਾਨੇਸਰ 'ਤੇ ਹਮਲਾ ਕਰਤਾ ਐਂਡ ਲੂਟਡ ਦਾ ਟੈਂਪਲਸ। ਅਤੇ ਉੱਥੇ ਜਿਹੜੇ ਮੰਦਰ ਸੀ ਉਹਨਾਂ ਉੱਪਰ ਕੀ ਸੀ ਉਹਨੇ ਹਮਲਾ ਕਰਕੇ ਉੱਥੋਂ ਬਹੁਤ ਜ਼ਿਆਦਾ ਧਨ ਦੌਲਤ ਲੁੱਟ ਕੇ ਆਪਣੇ ਨਾਲ ਲੈ ਗਿਆ ਸੀ। ਅੱਗੇ ਹੈ ਅਟੈਕ ਔਨ ਮਥੁਰਾ ਐਂਡ ਕਨੌਜ। ਫਿਰ ਉਹਨੇ ਮਥੁਰਾ ਅਤੇ ਕਨੌਜ 'ਤੇ ਹਮਲਾ ਕੀਤਾ। ਕਦੋਂ ਕੀਤਾ? 1018 ਤੋਂ 1019 ਦੇ ਵਿੱਚ। ਦੇਖੋ ਮਹਿਮੂਦ ਗਜ਼ਨਵੀ ਅਟੈਕਟ ਮਥੁਰਾ 1018 ਦੇ ਵਿੱਚ। ਨੈਕਸਟ ਜਿਹੜਾ ਹੈਗਾ ਅਟੈਕ ਜਿਹੜਾ ਸੀ ਕਲਿੰਜਰ 'ਤੇ ਜਿਹੜੇ ਉਹਨੇ ਕੀਤਾ 1021 ਈਸਵੀ ਵਿੱਚ। ਵਿਦਿਆਧਰ ਦਾ ਰੂਲਰ ਆਫ ਕੈਲਿੰਜਰ ਕਲੈਕਟਡ ਅ ਲਾਰਜ ਆਰਮੀ ਟੂ ਫੇਸ ਦਾ। ਮਹਿਮੂਦ ਗਜ਼ਨਵੀ ਦਾ ਸਾਹਮਣਾ ਕਰਨ ਲਈ ਜਿਹੜਾ ਵਿਦਿਆਧਰ ਰਾਜਾ ਸੀਗਾ ਉਹਨੇ ਕਾਫੀ ਸ਼ਕਤੀਸ਼ਾਲੀ ਸੈਨਾ ਜਿਹੜੀ ਸੀ ਵੱਡੀ ਗਿਣਤੀ ਵਿੱਚ ਇਕੱਠੀ ਕਰ ਲਈ ਸੀ। ਬਟ ਹੀ ਫਲੈਡ ਅਵੇ ਫਰੋਮ ਦਾ ਬੈਟਲ ਫੀਲਡ ਐਂਡ ਹਿਜ਼ ਆਰਮੀ ਡਿਫੀਟਡ। ਪਰ ਉਹ ਕੀ ਸੀਗਾ ਕਿ ਲੜਾਈ ਦੇ ਮੈਦਾਨ ਵਿੱਚ ਉਹ ਮਾਰਿਆ ਗਿਆ ਸੀ ਅਤੇ ਉਹਦੀ ਜਿਹੜੀ ਆਰਮੀ ਸੀਗੀ
ਉਹ ਵੀ ਹਾਰ ਗਈ ਸੀ। ਉਹ ਸੌਰੀ ਮਾਰਿਆ ਨਹੀਂ ਗਿਆ ਸੀ, ਫਲੱਡ ਮਤਲਬ ਕਿ ਉਹ ਭੱਜ ਗਿਆ ਸੀ ਉਹਦੇ ਲੜਾਈ ਦੇ ਮੈਦਾਨ ਵਿੱਚੋਂ, ਅਤੇ ਉਹਦੀ ਆਰਮੀ ਜਿਹੜੀ ਸੀਗੀ ਉਹ ਵੀ ਹਾਰ ਗਈ ਸੀਗੀ। ਅੱਗੇ ਹੈ ਅਟੈਕ ਔਨ ਸੋਮਨਾਥ ਟੈਂਪਲ AD 1025। ਇਹ ਸਭ ਤੋਂ ਇੰਪੋਰਟੈਂਟ ਆ ਕਿ ਜਿਹੜਾ ਉਹਨੇ ਸੋਮਨਾਥ ਦੇ ਮੰਦਿਰ 'ਤੇ ਮਹਿਮੂਦ ਗਜ਼ਨਵੀ ਨੇ ਹਮਲਾ ਕਦੋਂ ਕੀਤਾ? 1025 ਈਸਵੀ ਵਿੱਚ। ਮਹਿਮੂਦ ਗਜ਼ਨਵੀ ਇਨਵੇਡਡ ਸੋਮਨਾਥ ਟੈਂਪਲ ਇਨ ਕਾਠੀਆਵਾੜ ਇਨ 1025 AD। 1025 ਈਸਵੀ ਦੇ ਵਿੱਚ ਉਹਨੇ ਕੀਤਾ ਸੀਗਾ ਕਾਠੀਆਵਾੜ ਦੇ ਸੋਮਨਾਥ ਮੰਦਿਰ 'ਤੇ ਹਮਲਾ। ਐਂਡ ਟੁੱਕ ਅਵੇ ਹੰਡਰਡਸ ਆਫ ਮਾਊਂਟਸ ਆਫ ਗੋਲਡ ਸਿਲਵਰ ਐਂਡ ਜਵੈਲਸ। ਅਤੇ ਇੱਥੋਂ ਕੀ ਸੀਗਾ ਕਿ ਉਹ ਸੈਂਕੜੇ ਮਣ ਜਿਹੜਾ ਕਹਿੰਦੇ ਸੀ ਸੋਨਾ ਚਾਂਦੀ ਅਤੇ ਗਹਿਣੇ ਲੁੱਟ ਕੇ ਲੈ ਕੇ ਗਿਆ ਸੀ। ਉੱਥੋਂ ਅਗਲਾ ਜਿਹੜਾ ਸ਼ਾਸਕ ਆਇਆ ਭਾਰਤ ਵਿੱਚ ਉਹ ਸੀਗਾ ਮੁਹੰਮਦ ਗੌਰੀ। ਮੁਹੰਮਦ ਗੌਰੀ ਦਾ ਰੂਲਰ ਆਫ ਗੌਰ ਕਿੰਗਡਮ ਇਨ ਅਫਗਾਨਿਸਤਾਨ ਇਨਵੇਡਡ ਇੰਡੀਆ। ਜਿਹੜਾ ਮੁਹੰਮਦ ਗੌਰੀ ਸੀ ਉਹ ਅਫਗਾਨਿਸਤਾਨ ਦੇ ਗੌਰ ਰਾਜ ਦਾ ਸ਼ਾਸਕ ਸੀ ਅਤੇ ਉਹਨੇ ਵੀ ਭਾਰਤ 'ਤੇ ਹਮਲਾ ਕੀਤਾ ਸੀ। ਹੀ ਵਾਂਟਡ ਟੂ ਬੁਲਡ ਅਪ ਐਨ ਅੰਪਾਇਰ ਇਨ ਇੰਡੀਆ, ਕਿਉਂਕਿ ਉਹ ਕੀ ਸੀ ਕਿ ਭਾਰਤ ਵਿੱਚ ਆਪਣੇ ਸਾਮਰਾਜ ਦਾ ਸਥਾਪਿਤ ਕਰਨਾ ਚਾਹੁੰਦਾ ਸੀ। ਸੋ ਇਨ AD 1175 ਹੀ ਇਨਵੇਡਡ ਮੁਲਤਾਨ ਐਂਡ ਕੈਪਚਰਡ ਇਟ। ਤਾਂ ਉਹਨੇ 1175 ਈਸਵੀ ਦੇ ਵਿੱਚ ਜਿਹੜਾ ਕੀ ਸੀਗਾ ਮੁਲਤਾਨ ਦੇ ਉੱਤੇ ਹਮਲਾ ਕੀਤਾ ਸੀ ਅਤੇ ਉਹਨੂੰ ਕੈਪਚਰ ਕਰ ਲਿਆ ਸੀ, ਆਪਣੇ ਕਬਜ਼ੇ ਦੇ ਵਿੱਚ ਕਰ ਲਿਆ ਸੀ। ਅੱਗੇ ਕੰਟੀਨਿਊ ਕਰਦੇ ਹਾਂ। ਦੈਨ ਹੀ ਇਨਵੇਡਡ ਗੁਜਰਾਤ ਇਨ 1178 AD। ਫਿਰ ਉਹਨੇ 1178 ਈਸਵੀ ਵਿੱਚ ਗੁਜਰਾਤ 'ਤੇ ਹਮਲਾ ਕੀਤਾ। ਹੂਜ਼ ਰੂਲਰ ਭੀਮਦੇਵਾ ਫੋਟ ਬਰੇਵਰੀ ਐਂਡ ਡਿਫੀਟਡ ਹਿਮ। ਜਿੱਥੋਂ ਦਾ ਜਿਹੜਾ ਸ਼ਕਤੀਸ਼ਾਲੀ ਸ਼ਾਸਕ ਭੀਮਦੇਵ ਸੀ ਉਹਦੇ ਨਾਲ ਉਹਨੇ ਲੜਾਈ ਕੀਤੀ ਅਤੇ ਉਹਨੂੰ ਉੱਥੋਂ ਹਰਾ ਕੇ ਜਿਹੜਾ ਸੀ ਮੁਹੰਮਦ ਗੌਰੀ ਉਹਨੂੰ ਉੱਥੋਂ ਹਰਾਤਾ ਸੀਗਾ ਭੀਮਦੇਵ ਨੇ। ਇਨ ਸਬ ਸੀਕੁਐਂਸ ਈਅਰਸ ਮੁਹੰਮਦ ਗੌਰੀ ਕੌਨਕੁਅਰਡ ਪੇਸ਼ਾਵਰ ਇਨ 1179 AD। ਅਤੇ ਫਿਰ 1179 ਈਸਵੀ ਵਿੱਚ ਜਿਹੜਾ ਮੁਹੰਮਦ ਗੌਰੀ ਸੀ ਉਹਨੇ ਪੇਸ਼ਾਵਰ ਦੇ ਉੱਤੇ ਹਮਲਾ ਕਰਤਾ ਸੀ। ਸਿਆਲਕੋਟ ਇਨ 1182 AD ਐਂਡ ਪੰਜਾਬ। ਅਤੇ ਫਿਰ ਉਹਨੇ 1182 ਈਸਵੀ ਵਿੱਚ ਸਿਆਲਕੋਟ ਅਤੇ ਪੰਜਾਬ ਉੱਤੇ ਜਿੱਤ ਪ੍ਰਾਪਤ ਕਰ ਲਈ ਸੀ ਕਿਹਨੇ? ਮੁਹੰਮਦ ਗੌਰੀ ਨੇ। ਅੱਗੇ ਜਿਹੜੇ ਇਹਦੇ ਫੇਮਸ ਹਮਲੇ ਆ ਇਹ ਮੇਨ ਪੁਆਇੰਟ ਆ। ਇਨ 1191 AD ਮੁਹੰਮਦ ਗੌਰੀ ਇਨਵੇਡਡ ਪ੍ਰਿਥਵੀ ਰਾਜ ਚੌਹਾਨ ਦਾ ਰੂਲਰ ਆਫ ਦਿੱਲੀ ਐਂਡ ਅਜਮੇਰ। ਕਿ ਜਿਹੜਾ ਸੀਗਾ ਤਰਾਇਨ ਦਾ ਪਹਿਲਾ ਯੁੱਧ ਹੋਇਆ ਸੀ 1191 ਈਸਵੀ ਵਿੱਚ ਕਿਹਦੇ ਵਿਚਕਾਰ? ਪ੍ਰਿਥਵੀ ਰਾਜ ਚੌਹਾਨ ਐਂਡ ਮੁਹੰਮਦ ਗੌਰੀ ਦੇ ਵਿਚਕਾਰ। ਪਹਿਲੇ ਯੁੱਧ ਵਿੱਚ ਮੁਹੰਮਦ ਗੌਰੀ ਜਿਹੜਾ ਸੀਗਾ ਉਹ ਹਾਰ ਗਿਆ ਸੀਗਾ ਅਤੇ ਪ੍ਰਿਥਵੀ ਰਾਜ ਚੌਹਾਨ ਦੀ ਜਿੱਤ ਹੋਈ ਸੀ। ਆ ਫਾਇਰਸ ਬੈਟਲ ਵਾਜ ਫੌਟ ਔਨ ਦਾ ਬੈਟਲਫੀਲਡ ਆਫ ਤਰਾਇਨ ਦੇ ਮੈਦਾਨ ਵਿੱਚ ਕਹਿੰਦੇ ਯੁੱਧ ਲੜਿਆ ਗਿਆ ਸੀਗਾ। ਮੁਹੰਮਦ ਗੌਰੀ ਵਾਜ ਡਿਫੀਟਡ ਇਨ ਦਿਸ ਬੈਟਲ। ਇਸ ਬੈਟਲ ਵਿੱਚ ਕੌਣ ਹਾਰਿਆ ਸੀ? ਮੁਹੰਮਦ ਗੌਰੀ। ਇਨ 1192 AD ਹੀ ਕੇਮ ਅਗੇਨ ਵਿਦ ਦਾ ਹਿਊਜ ਆਰਮੀ ਐਂਡ ਡਿਫੀਟਡ ਪ੍ਰਿਥਵੀ ਰਾਜ ਚੌਹਾਨ ਇਨ ਦਾ ਸੈਕਿੰਡ ਬੈਟਲ ਆਫ ਤਰਾਇਨ। ਕਹਿੰਦੇ ਫਿਰ 1192 ਵਿੱਚ ਇੱਕ ਵੱਡੀ ਸੈਨਾ ਲੈ ਕੇ ਉਹ ਫਿਰ ਦੁਬਾਰਾ ਵਾਪਸ ਹਮਲਾ ਕਰਨ ਆਇਆ ਤਰਾਇਨ 'ਤੇ। ਤਰਾਇਨ ਦਾ ਦੂਜਾ ਯੁੱਧ ਹੋਇਆ 1192 ਵਿੱਚ ਜਿਹਦੇ ਵਿੱਚ ਮੁਹੰਮਦ ਗੌਰੀ ਜਿਹੜਾ ਸੀਗਾ ਉਹਦੀ ਜਿੱਤ ਹੋ ਗਈ ਸੀ। ਅੱਗੇ ਦੇਖਦੇ ਹਾਂ। ਮੁਹੰਮਦ ਗੌਰੀ ਡਿਫੀਟਡ ਰਾਜਾ ਜੈਚੰਦ ਰੂਲਰ ਆਫ ਕਨੌਜ ਐਟ ਦਾ ਬੈਟਲ ਆਫ ਚੰਦਵਾੜਾ ਇਨ 1194 AD। ਫਿਰ 1194 ਈਸਵੀ ਵਿੱਚ ਜਿਹੜਾ ਸੀਗਾ ਕਨੌਜ ਦਾ ਰਾਜਾ ਸੀਗਾ ਉਹਨੂੰ ਜੈਚੰਦ ਸੀਗਾ ਉਹਨੂੰ ਸੀਗਾ ਕਿ ਮੁਹੰਮਦ ਗੌਰੀ ਨੇ ਹਰਾਤਾ ਸੀ। ਦੇਅਰ ਆਫਟਰ ਹਿਜ਼ ਆਰਮੀ ਅਕੋਪੀਡ ਦਾ ਇੰਟਾਇਰ ਗੰਗਾ ਜਮਨਾ। ਦੁਆਬ ਦੇ ਵਿੱਚ ਉਹਦੀ ਆਰਮੀ ਪ੍ਰਵੇਸ਼ ਕਰ ਗਈ ਸੀ। ਸੋਨ ਹੀ ਹੈਡ ਇਸਟੇਬਲਡ ਆ ਵਾਸਟ ਇੰਪਾਇਰ ਇਨ ਇੰਡੀਆ। ਦੇ ਵਿੱਚ ਉਹਨੇ ਕੀ ਸੀਗਾ ਆਪਣਾ ਇੱਕ ਵੱਡਾ ਰਾਜ ਸਥਾਪਿਤ ਕਰ ਲਿਆ ਸੀ। ਹੀ ਵਾਜ ਦਾ ਰੀਅਲ ਫਾਊਂਡਰ ਆਫ ਦਾ ਤੁਰਕਸ ਇੰਪਾਇਰ ਇਨ ਇੰਡੀਆ। ਇਹ ਕੁਐਸਚਨ ਕਈ ਵਾਰ ਪੁੱਛ ਲਿਆ ਜਾਂਦਾ ਕਿ ਜਿਹੜਾ ਭਾਰਤ ਵਿੱਚ ਇੱਕ ਵਿਸ਼ਾਲ ਤੁਰਕ ਸਾਮਰਾਜ ਦਾ ਸੰਸਥਾਪਕ ਕੌਣ ਆ? ਤਾਂ ਉਹ ਸੀਗਾ ਮੁਹੰਮਦ ਗੌਰੀ। ਅੱਗੇ ਜਿਹੜੇ ਹੈਗੇ ਆ ਪੂਰਾ ਲੈਸਨ ਆਪਾਂ ਪੜ੍ਹਿਆ ਉਹਦੇ ਵਿੱਚੋਂ ਜਿਹੜੇ ਵੀ ਮੇਨ ਪੁਆਇੰਟ ਨੇ ਉਹ ਆਪਾਂ ਇੱਕ ਵਾਰ ਫਿਰ ਰਿਵਾਈਜ਼ ਕਰਦੇ ਹਾਂ। ਡਿਊਰਿੰਗ ਦਾ ਅਰਲੀ ਮੈਡੀਵਲ ਏਜ ਗੁਰਜਰ ਪ੍ਰਤਿਹਾਰਾਜ਼ ਪਾਲਾਜ਼ ਐਂਡ ਰਾਸ਼ਟਰਕੂਟਾ ਐਕਸਟਰਾ ਡਾਇਨੈਸਟੀਜ਼ ਕਿੰਗਡਮਸ ਇਮਰਸਡ ਇਨ ਦਾ ਨਾਰਦਰਨ ਪਾਰਟ ਆਫ ਇੰਡੀਅਨ ਸਬ ਕੰਟੀਨੈਂਟ। ਕਿ ਮੁੱਢਲੇ ਮੱਧਕਾਲੀਨ ਯੁੱਗ ਦੇ ਦੌਰਾਨ ਕੀ ਹੋਇਆ ਸੀ? ਭਾਰਤ ਜਿਹੜਾ ਉਪ ਮਹਾਦੀਪ ਸੀ ਉਹਦੇ ਉੱਤਰੀ ਭਾਗ ਵਿੱਚ ਕਿਹੜੇ ਕਿਹੜੇ ਰਾਜੇ ਰਾਜ ਕਰਦੇ ਸੀ? ਜਿਹੜੇ ਮੈਂ ਅੰਡਰਲਾਈਨ ਕਰੇ ਹੋਏ ਆਪਾਂ ਪਹਿਲਾਂ ਵੀ ਇਹਨਾਂ ਬਾਰੇ ਪੜ੍ਹ ਚੁੱਕੇ ਹਾਂ। ਗੁਰਜਰ ਪ੍ਰਤਿਹਾਰ ਹੋ ਗਏ, ਪਾਲ ਹੋ ਗਏ, ਰਾਸ਼ਟਰਕੂਟ ਹੋਏ ਨਾ, ਡਾਇਨੈਸਟੀ ਹੋ ਗਏ, ਇਹ ਸਾਰੇ ਰਾਜੇ ਉੱਤਰੀ ਭਾਰਤ ਵਿੱਚ ਸੀ। ਅੱਗੇ ਦੇਖਦੇ ਹਾਂ। ਬਟ ਦਾ ਅਰਲੀ ਮੈਡੀਵਲ ਪੀਰੀਅਡ ਕਾਸਟ ਸਿਸਟਮ ਵਾਜ ਵੈਰੀ ਰਿਜਡ ਇਨ ਦਾ ਨਾਰਦਰਨ ਪਾਰਟ ਆਫ ਇੰਡੀਆ।
सोसाइटी वाज डिवाइडेड इनटू 4 क्लासेस, ठीक है। किहड़ियां 4 क्लासां च? ब्राह्मण, क्षत्रिय, वैश्य एंड शूद्रास। ये भी आपां पहलां पढ़ चुके हैं ना। अगे है ड्यूरिंग द अर्ली मैਡੀਵਲ पीरीਅਡ, फिर ਜਿਹੜੇ ਧਰਮ ਕਿਹੜੇ ਸੀ? ਜੈਨਿਜ਼ਮ, ਬੁੱਧਿਜ਼ਮ, ਸ਼ੈਵ ਐਂਡ ਵੈਸ਼ਨਵ ਜਿਹੜੇ ਸੀ ਉਹ ਫਲੋਰਿਸ਼ ਹੋਏ ਸੀਗੇ ਨਾਰਥਨ ਪਾਰਟ ਦੇ ਵਿੱਚ। ਡਿਊਰਿੰਗ ਦਾ ਅਰਲੀ ਮੈਡੀਵਲ ਪੀਰੀਅਡ ਐਗਰੀਕਲਚਰ ਵਾਜ ਦਾ ਮੇਨ ਓਕੂਪੇਸ਼ਨ ਆਫ ਦਾ ਇੰਡੀਅਨਸ, ਲੋਕਾਂ ਦਾ ਮੁੱਖ ਧੰਦਾ ਕੀ ਸੀਗਾ? ਖੇਤੀਬਾੜੀ ਸੀਗਾ ਉਸ ਟਾਈਮ ਦੇ ਵਿੱਚ। ਨੈਕਸਟ ਹੈਗਾ ਆ ਸਟਰਗਲ ਸਟਾਰਟਸ ਬਿਟਵੀਨ ਦਾ 3 ਪਾਵਰਸ ਦੇ ਵਿਚਕਾਰ ਇੱਕ ਜਿਹੜਾ ਸੀਗਾ ਤ੍ਰੈ ਪੱਖੀ ਯੁੱਧ ਹੋਇਆ ਸੀ। ਆਪਾਂ ਪੜ੍ਹਿਆ ਸੀ ਨਾ ਕਿਹੜੀਆਂ 3 ਸ਼ਕਤੀਆਂ ਦੇ? ਪਾਲ, ਗੁਰਜਰ, ਪ੍ਰਤਿਹਾਰਾ ਅਤੇ ਰਾਸ਼ਟਰਕੂਟਾਂ ਦੇ ਵਿੱਚ ਹੋਇਆ ਸੀ। ਉਹ ਕਿਹਨੂੰ ਹੋਇਆ ਸੀ? ਕਨੌਜ ਅਤੇ ਗੰਗਾ ਵੈਲੀ ਦੇ ਕੰਟਰੋਲ ਨੂੰ ਲੈ ਕੇ ਹੋਇਆ ਸੀਗਾ। ਨੈਕਸਟ ਹੈ ਪ੍ਰਿਥਵੀ ਰਾਜ ਚੌਹਾਨ ਵਾਜ ਪਾਵਰਫੁਲ ਰੂਲਰ ਆਫ ਚੌਹਾਨ ਔਰ ਚਾਹਮਾਨ ਡਾਇਨੈਸਟੀ ਦਾ ਸ਼ਕਤੀਸ਼ਾਲੀ ਰਾਜਾ ਕੌਣ ਸੀ? ਪ੍ਰਿਥਵੀ ਰਾਜ ਚੌਹਾਨ। ਅੱਗੇ ਹੈਗਾ ਮਹਿਮੂਦ ਗਜਨਵੀ ਇਨਵੇਡਡ ਇੰਡੀਆ ਫੋਰ 17 ਟਾਈਮਸ, ਕਿ ਜਿਹੜਾ ਮਹਿਮੂਦ ਗਜਨਵੀ ਉਹਨੇ ਭਾਰਤ 'ਤੇ ਕਿੰਨੀ ਵਾਰ ਹਮਲੇ ਕੀਤੇ? 17 ਵਾਰ। ਇਨ 1192 AD ਮੁਹੰਮਦ ਗੌਰੀ ਡਿਫੀਟਡ ਮਹਿਮੂਦ ਗਜਨਵੀ ਇਨ ਦਾ ਸੈਕਿੰਡ ਬੈਟਲ ਆਫ ਤਰਾਇਨ। ਇਹ ਜਿਹੜਾ ਹੈਗਾ ਥੋੜ੍ਹੀ ਗੜਬੜ ਹੋਈ ਆ, ਇੱਥੇ ਮਹਿਮੂਦ ਗਜਨਵੀ ਨਹੀਂ ਹੈਗਾ, ਅਸਲ ਵਿੱਚ ਇੱਥੇ ਕੀ ਆ ਕਿ ਪ੍ਰਿਥਵੀ ਰਾਜ ਚੌਹਾਨ ਆ। ਬੁੱਕ ਵਿੱਚ ਮਿਸਪ੍ਰਿੰਟ ਹੋਇਆ ਪ੍ਰਿਥਵੀ ਰਾਜ ਚੌਹਾਨ ਤੇ ਜਿਹੜਾ ਸੀਗਾ ਉਹਨੂੰ ਹਰਾਇਆ ਸੀ 1192 ਵਿੱਚ ਮੁਹੰਮਦ ਗੌਰੀ ਨੇ, ਠੀਕ ਹੈ ਜੀ, ਤਰਾਇਨ ਦੇ ਸੈਕਿੰਡ ਯੁੱਧ ਦੇ ਵਿੱਚ। ਇਸ ਦੇ ਨਾਲ ਹੀ ਮੇਰਾ ਜਿਹੜਾ ਅੱਜ ਦਾ ਇਹ ਲੈਸਨ ਆ ਖਤਮ ਹੁੰਦਾ। ਆਈ ਹੋਪ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਊਗੀ। ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਥੈਂਕ ਯੂ। ਮਿਲਦੇ ਹਾਂ ਨੈਕਸਟ ਵੀਡੀਓ 'ਚ।